जी आए ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਉਸ ਦਾ ਲੈਸਨ ਨੰਬਰ 2 ਡਿਟਰਮਿਨਰਸ ਉਸ ਦੀ ਐਕਸਰਸਾਈਜ਼ਸ ਅਗਲੀਆਂ 9 10 11 ਅਤੇ 12 ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਬਿਨਾਂ ਦੇਖੇ ਸਾਰੇ ਫਿਲ ਇਨ ਦੀ ਬਲੈਂਕਸ ਨੂੰ ਆਪ ਭਰਨ ਦਾ ਤੁਸੀਂ ਅਭਿਆਸ ਜ਼ਰੂਰ ਕਰਨਾ ਹੈ। ਤੇ ਇਸੇ ਚੈਨਲ ਦੇ ਉੱਤੇ 10ਵੀਂ ਕਲਾਸ ਦੇ ਨਾਲ ਸੰਬੰਧਿਤ 4 ਪਲੇਲਿਸਟਾਂ ਹੋ ਰਹੀਆਂ ਹਨ, ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਇੱਕ ਹੈਗੀ ਹੈ 10th ਇੰਗਲਿਸ਼ MCB ਮੇਨ ਕੋਰਸ ਬੁੱਕ, ਦੂਜੀ ਹੈਗੀ ਹੈ 10th ਸਾਇੰਸ, ਤੀਸਰੀ ਹੈਗੀ ਹੈ 10th ਮੈਥ ਤੇ ਚੌਥੀ ਹੈਗੀ ਹੈ 10th ਮੈਥ ਨੋਟਸ। ਸੋ ਤੁਸੀਂ ਆਪਣੀ ਲੋੜਾਂ ਸਾਇੰਸ ਔਰ ਮੈਥ ਦੀਆਂ ਵੀ ਇਸ ਚੈਨਲ ਰਾਹੀਂ ਪੂਰੀਆਂ ਕਰ ਸਕਦੇ ਹੋ। ਸੋ ਆਓ ਸ਼ੁਰੂ ਕਰੀਏ ਇਹ ਵਾਲੀ ਐਕਸਰਸਾਈਜ਼ਸ। ਸੋ ਐਕਸਰਸਾਈਜ਼ 9 ਦਾ ਸਿਰਲੇਖ ਹੈ ਫਿਲ ਇਨ ਦੀ ਬਲੈਂਕਸ ਵਿਦ ਐਨ ਐਪਰੋਪਰੀਏਟ ਆਰਟੀਕਲ। ਕਿਹੜੇ ਕਿਹੜੇ ਏ, ਐਨ ਔਰ ਦੀ, ਇਹ ਤਿੰਨੋਂ ਚੋਂ ਭਰਨਾ ਆਪਾਂ, ਠੀਕ ਹੈ। ਔਰ ਲੀਵ ਦੀ ਸਪੇਸ ਬਲੈਂਕ ਇਫ ਨੋ ਆਰਟੀਕਲ ਇਜ਼ ਨੀਡਡ। ਤੇ ਜੇ ਲੱਗਦਾ ਹੈ ਕਿਤੇ ਆਰਟੀਕਲ ਦੀ ਕੋਈ ਲੋੜ ਨਹੀਂ ਹੈਗੀ ਤੇ ਉਹ ਥਾਂ ਨੂੰ ਖਾਲੀ ਛੱਡ ਦੇਣਾ ਹੈ। ਸੋ ਬੜਾ ਸੌਖਾ ਬੱਚਿਓ। ਸੋ ਜਿੱਦਾਂ ਗੋਡ ਹੈਜ਼ ਕ੍ਰੀਏਟਿਡ ਦੀ ਯੂਨੀਵਰਸ, ਹੁਣ ਯੂਨੀਵਰਸ ਇੱਕ ਯੂਨੀਕ ਵਿਲੱਖਣ ਅਦੁੱਤੀ ਚੀਜ਼ ਹੈ, ਠੀਕ ਹੈ। ਯੂਨੀਵਰਸ ਬ੍ਰਹਿਮੰਡ ਇੱਕ ਹੈਗਾ, ਠੀਕ ਹੈ। ਸੋ ਸਾਰੇ ਬ੍ਰਹਿਮੰਡ ਜਿਹੜਾ ਅਸੀਂ ਦੇਖਦੇ ਹਾਂ, ਸੂਰਜ, ਚੰਦ, ਤਾਰੇ, ਬੇਅੰਤ ਜਿਹੜਾ ਹੈਗਾ। ਸੋ ਗੋਡ ਹੈਜ਼ ਕ੍ਰੀਏਟਿਡ ਦੀ ਯੂਨੀਵਰਸ, ਠੀਕ ਹੈ। ਇਹ ਸਾਰਾ ਬ੍ਰਹਿਮੰਡ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੈ, ਰਚਿਆ ਹੈ। ਗੋਲਡ ਸੋਨਾ ਇਜ਼ ਅ ਪ੍ਰੈਸ਼ੀਅਸ, ਪ੍ਰੈਸ਼ੀਅਸ ਹੁੰਦਾ ਹੈ ਅਨਮੋਲ, ਕੀਮਤੀ, ਤੇ ਮੈਟਲ ਹੁੰਦੀ ਧਾਤੂ। ਮੈਟਲ ਨਾਊਨ ਹੈਗਾ ਤੇ ਇੱਕ ਵਚਨ ਹੈਗਾ, ਸਿੰਗੂਲਰ ਨਾਊਨ ਹੈਗਾ। ਸੋ ਇਸ ਕਰਕੇ ਆਏਗਾ ਏ, ਕਿਉਂਕਿ ਇਹਦਾ ਐਡਜੈਕਟਿਵ ਪੀ ਤੋਂ ਸ਼ੁਰੂ ਹੋ ਰਿਹਾ, ਪ੍ਰੈਸ਼ੀਅਸ ਪੱਪੇ ਤੋਂ ਸ਼ੁਰੂ ਹੋ ਰਿਹਾ। ਸੋ ਗੋਲਡ ਇਜ਼ ਅ ਪ੍ਰੈਸ਼ੀਅਸ ਮੈਟਲ, ਸੋਨਾ ਇੱਕ ਕੀਮਤੀ ਧਾਤੂ ਹੈ। ਕਾਲੀਦਾਸਾ ਇਜ਼ ਦੀ ਸ਼ੇਕਸਪੀਅਰ ਆਫ ਇੰਡੀਆ। ਜਦੋਂ ਇੱਦਾਂ ਕੰਪੇਅਰ ਕਰਨਾ ਹੋਵੇ ਪ੍ਰੋਪਰ ਨਾਊਨ ਨੂੰ ਦੂਜੇ ਪ੍ਰੋਪਰ ਨਾਊਨ ਦੇ ਨਾਲ ਤੇ ਦੀ ਆਉਂਦਾ ਹੈ। ਜਿੱਦਾਂ ਹੁਣ ਮਿਲਖਾ ਸਿੰਘ ਬਹੁਤ ਤੇਜ਼ ਦੌੜਦਾ ਹੈ ਹਨਾ, ਉੱਡਣਾ ਸਿੱਖ ਕੇ ਆ ਗਿਆ ਉਹਨੂੰ। ਤੇ ਸਾਡੇ ਸਕੂਲ ਵਿੱਚ ਮੰਨ ਲਓ ਕੋਈ ਹੋਵੇ ਜਸਕਰਨ ਸਿੰਘ ਹੋਵੇ, ਮੰਨ ਲਓ ਉਹ ਬਹੁਤ ਤੇਜ਼ ਦੌੜਦਾ ਹੈ, ਤੇ ਅਸੀਂ ਕੀ ਕਹਾਂਗੇ, ਜਸਕਰਨ ਸਿੰਘ ਇਜ਼ ਦੀ ਮਿਲਖਾ ਸਿੰਘ ਆਫ ਆਵਰ ਸਕੂਲ। ਇਹ ਜਸਕਰਨ ਸਿੰਘ ਸਾਡੇ ਸਕੂਲ ਦਾ ਮਿਲਖਾ ਸਿੰਘ ਹੈ। ਤੇ ਅੰਗਰੇਜ਼ੀ 'ਚ ਕਹਾਂਗੇ ਜਸਕਰਨ ਸਿੰਘ ਇਜ਼ ਦੀ ਮਿਲਖਾ ਸਿੰਘ ਆਫ ਆਵਰ ਸਕੂਲ। ਹੁਣ ਇੱਥੇ ਹੈਗਾ ਸ਼ੇਕਸਪੀਅਰ ਆਫ ਇੰਡੀਆ। ਸ਼ੇਕਸਪੀਅਰ ਕੀ ਸੀਗਾ ਬੱਚਿਓ, ਬੜਾ ਵੱਡਾ ਸਾਹਿਤਕਾਰ ਸੀਗਾ, ਤੇ ਕਾਲੀਦਾਸ ਵੀ ਬੜਾ ਵੱਡਾ ਸਾਹਿਤਕਾਰ ਸੀਗਾ। ਸੋ ਕਹਿੰਦੇ ਵੀ ਜਿੱਦਾਂ ਸ਼ੇਕਸਪੀਅਰ ਹੈਗਾ UK ਵਾਸਤੇ, ਬ੍ਰਿਟੇਨ ਵਾਸਤੇ, ਪੱਛਮੀ ਦੁਨੀਆ ਵਾਸਤੇ, ਇਸੇ ਤਰ੍ਹਾਂ ਕਾਲੀਦਾਸ ਇੰਡੀਆ ਵਾਸਤੇ ਹੈਗਾ। ਸੋ ਅਸੀਂ ਕਹਿੰਦੇ ਹਾਂ ਕਾਲੀਦਾਸ ਇਸ ਦੀ ਸ਼ੇਕਸਪੀਅਰ ਆਫ ਇੰਡੀਆ। ਹੁਣ ਤਾਰਾ ਸਿੰਘ ਵੀ ਮੁਹਾਵਰਾ ਬਣਿਆ, ਬੰਦਾ ਬੜਾ ਮੰਨ ਲਓ ਕੁਸ਼ਤੀ ਵਿੱਚ ਬੜਾ ਤਗੜਾ ਹੋਵੇ ਤੇ ਅਸੀਂ ਕਹਾਂਗੇ ਜੀ ਸੁਲੱਖਣ ਸਿੰਘ, ਮੰਨ ਲਓ ਅਸੀਂ ਕਹਾਂਗੇ ਸੁਲੱਖਣ ਸਿੰਘ ਇਜ਼ ਦੀ ਦਾਰਾ ਸਿੰਘ ਆਫ ਆਵਰ ਵਿਲੇਜ। ਇਹ ਸੁਲੱਖਣ ਸਿੰਘ ਸਾਡੇ ਪਿੰਡ ਦਾ ਦਾਰਾ ਸਿੰਘ ਹੈ। ਸੋ ਜਦੋਂ ਇਦਾਂ ਕੰਪੇਅਰ ਕਰਨਾ ਹੋਵੇ ਤੇ ਬੱਚਿਓ ਹਮੇਸ਼ਾ ਦੀ ਆਉਂਦਾ, ਠੀਕ ਹੈ। ਦੀ ਜਿੱਦਾਂ ਮੈਂ ਪਹਿਲੇ ਵੀ ਉਦਾਹਰਨ ਦਿੱਤਾ ਸੀ, ਅਸੀਂ ਕਿ ਲੁਧਿਆਣਾ ਇਜ਼ ਦੀ ਮੈਨਚੈਸਟਰ ਆਫ ਇੰਗਲੈਂਡ, ਅਰਥਾਤ ਜਿੱਦਾਂ ਇੰਗਲੈਂਡ 'ਚ ਮੈਨਚੈਸਟਰ ਹੈਗਾ ਉੱਦਾਂ ਪੰਜਾਬ 'ਚ ਲੁਧਿਆਣਾ ਹੈਗਾ, ਠੀਕ ਹੈ। ਸੋ ਦਿਸ ਇਜ਼ ਦੀ ਬੈਸਟ। ਹੁਣ ਇਹ ਤੇ ਬੜਾ ਸੌਖਾ ਹੈ, ਸੁਪਰਲੇਟਿਵ ਜਿੱਥੇ ਆਵੇ, ਬੈਸਟ, ਵਰਸਟ, ਮੋਸਟ, ਬ੍ਰਾਈਟੈਸਟ, ਸ਼ਾਰਟੈਸਟ, ਟਾਲੈਸਟ, ਤਾਂ ਦੀ ਲੱਗਦਾ ਹੁੰਦਾ। ਦਿਸ ਇਜ਼ ਦੀ ਬੈਸਟ ਬੁੱਕ ਆਈ ਹੈਵ ਐਵਰ ਰੈਡ, ਅਰਥਾਤ ਅੱਜ ਤੱਕ ਦੀਆਂ ਮੈਂ ਜਿੰਨੀਆਂ ਕਿਤਾਬਾਂ ਪੜ੍ਹੀਆਂ ਨੇ ਉਹਦੇ ਵਿੱਚੋਂ ਇਹ ਕਿਤਾਬ ਸਭ ਤੋਂ ਵਧੀਆ ਹੈ, ਠੀਕ ਹੈ। ਹੁਣ ਦੇਖੋ ਬੱਚਿਓ, ਇਹ ਸੈਂਟੈਂਸ ਸੀਗਾ ਇਹ ਵਾਲਾ, ਕੈਟ ਕਿਲਡ ਰੈਟ, ਠੀਕ ਹੈ ਨਾ। ਇਹ ਫਿਲ ਇਨ ਦੀ ਬਲੈਂਕ ਹੈ ਤੇ ਇਹਦੇ ਵਿੱਚ 4 ਤਰੀਕੇ ਬਣਾਏ ਨੇ। ਚਾਰਾਂ ਨਾਲ ਦੇਖੋ ਤੁਸੀਂ, ਬੜੀ ਰੋਚਕ ਚੀਜ਼ ਹੈ। ਇਹਨਾਂ ਨੇ ਤੇ ਕਿਹਾ ਇੱਕ ਭਰਨਾ, ਤੁਸੀਂ ਇਹਨਾਂ ਚੋਂ ਕੋਈ ਵੀ ਇੱਕ ਚੁਣ ਸਕਦੇ ਹੋ, ਸਾਰੇ ਜਵਾਬ ਠੀਕ ਨੇ। ਪਰ ਮੈਂ ਸਾਰੀਆਂ ਸੰਭਾਵਨਾਵਾਂ ਦੱਸ ਦਿੱਤੀਆਂ ਬੱਚਿਓ ਤਾਂ ਕਿ ਤੁਹਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ। ਹੁਣ ਤੁਸੀਂ ਧਿਆਨ ਦੇ ਨਾਲ ਸੁਣਿਓ, ਮੈਂ ਚਾਰਾਂ ਦੇ ਤੁਹਾਨੂੰ ਅਰਥ ਕਰਕੇ ਦੱਸਾਂਗਾ। ਦੀ ਕੈਟ ਕਿਲਡ ਅ ਰੈਟ, ਆ ਰੈਟ ਮੈਨੇ ਕੋਈ ਵੀ ਰੈਟ, ਚੂਹਾ ਕੋਈ ਵੀ ਘੁੰਮਦਾ ਸੀਗਾ। ਤੇ ਦੀ ਕੈਟ ਕਿਹੜੀ ਹੋ ਗਈ, ਜਿਹੜੀ ਸਾਡੇ ਮੁਹੱਲੇ 'ਚ ਘੁੰਮਦੀ ਸੀ, ਜਾਂ ਸਾਡੀ ਪਾਲਤੂ ਹੋ ਸਕਦੀ ਸੀ, ਜਾਂ ਜਿਹੜੇ ਸਾਡੇ ਘਰ ਦੇ ਆਲੇ ਦੁਆਲੇ ਰਹਿੰਦੀ ਸੀ। ਤੇ ਅਸੀਂ ਕਹਾਂਗੇ ਦੀ ਕੈਟ ਕਿਲਡ ਅ ਰੈਟ, ਅਰਥਾਤ ਬਿੱਲੀ ਨੇ ਇੱਕ ਚੂਹਾ ਮਾਰਿਆ। ਉਹ ਬਿੱਲੀ ਕਿਹੜੀ ਹੈ, ਉਹ ਖਾਸ ਬਿੱਲੀ ਹੈ, ਚਾਹੇ ਕਾਲੀ ਬਿੱਲੀ ਹੈ, ਚਾਹੇ ਚਿੱਟੀ ਹੈ, ਜਾਂ ਸਾਡੇ ਘਰ ਦੀ ਪਾਲਤੂ ਹੈ, ਜਾਂ ਸਾਡੇ ਪਿੰਡ 'ਚ ਆਂਢ ਗੁਆਂਢ ਸਾਡੇ 4-5 ਘਰਾਂ ਵਿੱਚ ਘੁੰਮਦੀ ਰਹਿੰਦੀ ਹੈ। ਤੇ ਅਸੀਂ ਕਹਾਂਗੇ ਬੋਲਾ ਬਿੱਲੀ ਨੇ ਇੱਕ ਚੂਹਾ ਮਾਰਿਆ। ਉਹ ਚੂਹਾ ਕਿਹੜਾ ਸੀਗਾ, ਕੋਈ ਵੀ ਚੂਹਾ ਸੀਗਾ, ਸਾਨੂੰ ਉਹਦੇ ਬਾਰੇ ਪਤਾ ਨਹੀਂ, ਚੂਹੇ ਦੀ ਕੋਈ ਪਛਾਣ ਨਹੀਂ ਹੈਗੀ, ਬਿੱਲੀ ਦੀ ਪਛਾਣ ਹੈਗੀ, ਦੀ ਕੈਟ ਕਿਲਡ ਅ ਰੈਟ। ਤੇ ਫਿਰ ਜੇ ਇੱਦਾਂ ਕਹਿਣਾ ਵੇ ਆ ਕੈਟ ਕਿਲਡ ਅ ਰੈਟ, ਚਾਹੇ ਮੈਂ ਕਹਾਣੀ ਸ਼ੁਰੂ ਕਰਦਾ, ਆ ਕੈਟ ਕਿਲਡ ਅ ਰੈਟ, ਕਿਸੇ ਬਿੱਲੀ ਨੇ ਕੋਈ ਚੂਹਾ ਮਾਰਿਆ, ਇਹਦਾ ਮਤਲਬ ਬਿੱਲੀ ਨੇ ਚੂਹਾ ਮਾਰਿਆ,
ਉਹ ਬਿੱਲੀ ਖਾਸ ਹੈ, ਜਿਹਨਾਂ ਮੈਂ ਗੱਲ ਕਰ ਰਿਹਾ ਉਹਨੂੰ ਪਤਾ ਹੈ ਕਿਹੜੀ ਬਿੱਲੀ ਦੀ ਗੱਲ ਹੋ ਰਹੀ ਹੈ। ਆ ਕੈਟ ਕਿਲਡ ਅ ਰੈਟ, ਨਾ ਬਿੱਲੀ ਦਾ ਪਤਾ ਹੈ ਤੇ ਨਾ ਚੂਹੇ ਦਾ ਪਤਾ ਹੈ, ਅਰਥਾਤ ਕਿਸੇ ਬਿੱਲੀ ਨੇ ਕਿਸੇ ਚੂਹੇ ਨੂੰ ਮਾਰਿਆ। ਮਤਲਬ ਮੈਂ ਕਹਾਣੀ ਇੱਦਾਂ ਸ਼ੁਰੂ ਕਰਦਾ, ਅਰਥਾਤ ਆ ਕੈਟ ਕੋਈ ਵੀ ਕੈਟ, ਆ ਰੈਟ ਕੋਈ ਵੀ ਰੈਟ, ਦੀ ਕੈਟ ਖਾਸ ਕੈਟ, ਆ ਰੈਟ ਕੋਈ ਵੀ ਰੈਟ। ਠੀਕ ਹੈ, ਹੁਣ ਦੇਖੋ ਆ ਕੈਟ ਕਿਲਡ ਦੀ ਰੈਟ, ਹੁਣ ਰੈਟ ਖਾਸ ਹੋ ਗਿਆ। ਮੰਨ ਲਓ ਇੱਕ ਅਸੀਂ ਉਦਾਹਰਨ ਦੇ ਤੌਰ ਤੇ ਲੈਂਦੇ, ਚੂਹਾ ਆਲੇ ਦੁਆਲੇ ਸਾਡੇ ਘਰ 'ਚ ਘੁੰਮ ਰਿਹਾ, ਅਸੀਂ ਕਹਿੰਦੇ ਚੂਹੇਦਾਨੀ ਲਾਓ ਯਾਰ, ਚੂਹੇ ਮਾਰਨ ਦੀ ਦਵਾਈ ਲਿਆਓ ਯਾਰ, ਬੜਾ ਚੂਹੇ ਨੇ ਤੰਗ ਕੀਤਾ ਹੈ, ਤੇ ਸਾਨੂੰ ਚੂਹੇ ਦੀ ਪਛਾਣ ਹੋ ਗਈ ਹੈ, ਤੇ ਉਹ ਬਣ ਗਿਆ ਦੀ ਰੈਟ, ਜਿਹੜਾ ਚੂਹਾ ਸਾਡੇ ਘਰ 'ਚ ਪਿਛਲੇ 8-10 ਦਿਨਾਂ ਤੋਂ ਘੁੰਮ ਰਿਹਾ ਤੇ ਖੌਰੂ ਪਾਇਆ ਹੋਇਆ। ਤੇ ਫਿਰ ਕਿਤੇ ਬਿੱਲੀ ਆਈ, ਹੁਣ ਆ ਬਿੱਲੀ ਦਾ ਨਹੀਂ ਪਤਾ, ਆ ਕੈਟ ਕਿਲ ਦੀ ਰੈਟ, ਕਹਿੰਦੇ ਇਹ ਚੂਹਾ ਨਜ਼ਰ ਨਹੀਂ ਆਇਆ, ਕਿੱਥੇ ਆ, ਕਹਿੰਦੇ ਕਿਸੇ ਬਿੱਲੀ ਨੇ ਚੂਹਾ ਮਾਰਤਾ। ਆ ਕੈਟ ਕਿਲ ਦਾ ਰੈਟ, ਅਰਥਾਤ ਆ ਕੈਟ ਕੋਈ ਕੈਟ ਜਿਹਦੇ ਬਾਰੇ ਪਤਾ ਨਹੀਂ, ਦੀ ਰੈਟ ਜਿਹਦਾ ਪਤਾ ਹੈ। ਹੁਣ ਆ ਗਿਆ ਦੀ ਕੈਟ ਕਿਲਡ ਦੀ ਰੈਟ। ਲਓ ਜੀ, ਮੰਨ ਲਓ ਚੂਹਾ ਵੀ ਸਾਡੀ ਜਾਣ ਪਛਾਣ 'ਚ ਹੈਗਾ ਤੇ ਬਿੱਲੀ ਵੀ ਸਾਡੀ ਜਾਣ ਪਛਾਣ 'ਚ ਹੈਗੀ ਹੈ, ਜਾਂ ਅਸੀਂ ਕਹਿ ਸਕਦੇ ਹਾਂ ਅਸੀਂ ਚੂਹਾ ਵੀ ਪਾਲਿਆ ਹੋਇਆ ਹੈ ਤੇ ਬਿੱਲੀ ਵੀ ਪਾਲੀ ਹੋਈ ਹੈ, ਅਰਥਾਤ ਜਿਹੜੀ ਬਿੱਲੀ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਹੈ, ਉਹ ਖਾਸ ਬਿੱਲੀ ਹੈ, ਤੇ ਚੂਹਾ ਉਹਦੇ ਬਾਰੇ ਵੀ ਪਤਾ ਹੈ, ਦੀ ਕੈਟ ਕਿਲਡ ਦੀ ਰੈਟ। ਸੋ ਬੱਚਿਓ ਇੱਦਾਂ ਹੈ ਕਹਾਣੀ ਏ ਦੀ ਤੇ ਦੀ ਦੀ, ਬੜੀ ਰੋਚਕ ਹੈ। ਜਵਾਬ ਮੈਂ ਇਹਨਾਂ ਚੋਂ ਕੋਈ ਵੀ ਇਖਤਿਆਰ ਕਰ ਸਕਦਾ ਸੀਗਾ, ਪਰ ਗੱਲ ਤੇ ਤੁਹਾਨੂੰ ਸਮਝਾਉਣ ਦੀ ਹੈਗੀ ਹੈ, ਤੇ ਚੰਗੀ ਤਰ੍ਹਾਂ ਤੁਹਾਨੂੰ ਗੱਲ ਸਮਝ ਆ ਜਾਏ ਤਾਂ ਦੇਖੋ ਚਾਰੋਂ ਆਪਸ਼ਨ ਮੈਂ ਕਹਤੀ ਹੈ, ਇੱਥੇ ਦੀ ਤੇ ਇੱਥੇ ਏ, ਦੋਨੋਂ ਜਗ੍ਹਾ ਏ, ਦੋਨੋਂ ਜਗ੍ਹਾ ਦੀ, ਤੇ ਇੱਥੇ ਏ ਤੇ ਇੱਥੇ ਦੀ। ਸੋ ਦੀ ਦਾ ਮਤਲਬ ਹੁੰਦਾ ਹੈ ਖਾਸ, ਖਾਸ ਨਾਉਨ, ਜਿਹਦੇ ਬਾਰੇ ਪਤਾ ਹੈ, ਜਿਹਦੇ ਬਾਰੇ ਜ਼ਿਕਰ ਹੋ ਰਿਹਾ ਹੈ, ਜਾਂ ਸਾਨੂੰ ਉਹਦੇ ਬਾਰੇ ਗੱਲ ਪਤਾ ਹੈ, ਉਹਦੀ ਕੋਈ ਪਛਾਣ ਹੈ। ਇਹ ਦਾ ਹੁੰਦਾ ਕੋਈ ਵੀ, ਦੀ ਕੈਟ ਕਿਲਡ ਅ ਰੈਟ, ਉਸ ਬਿੱਲੀ ਨੇ, ਖਾਸ ਬਿੱਲੀ ਨੇ ਚੂਹਾ ਮਾਰਤਾ, ਕੋਈ ਚੂਹਾ ਮਾਰਤਾ। ਆ ਕੈਟ ਕਿਲਡ ਅ ਰੈਟ, ਕਿਸੇ ਬਿੱਲੀ ਨੇ ਕੋਈ ਚੂਹਾ ਮਾਰਤਾ। ਆ ਕੈਟ ਕਿਲਡ ਅ ਰੈਟ, ਕਿਸੇ ਬਿੱਲੀ ਨੇ ਇਹ ਵਾਲਾ ਚੂਹਾ ਮਾਰਤਾ, ਉਹ ਵਾਲਾ ਚੂਹਾ ਮਾਰਤਾ। ਦੀ ਕੈਟ ਕਿਲਡ ਦੀ ਰੈਟ, ਬਿੱਲੀ ਨੇ ਚੂਹਾ ਮਾਰਤਾ, ਅਰਥਾਤ ਬਿੱਲੀ ਦਾ ਵੀ ਪਤਾ ਸੀ ਸਾਨੂੰ ਤੇ ਚੂਹੇ ਦਾ ਵੀ ਸਾਨੂੰ ਪਤਾ ਸੀ। ਇਸ ਤਰ੍ਹਾਂ ਬੱਚਿਓ ਏ ਹੋਰ ਦੀ ਦਾ ਫਰਕ ਪੈ ਜਾਂਦਾ ਹੈ। ਇਹ ਤਾਂ ਮੈਂ ਚਾਰੋਂ ਪਾ ਦਿੱਤੇ ਤਾਂ ਕਿ ਗੱਲ ਦੀ ਬਰੀਕੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਅੱਗੇ ਚਲੀਏ, ਇਹ ਦੇਖੋ ਹੁਣ ਇਹ ਵੀ ਇੱਥੇ ਹੈਗਾ, ਅ ਕੈਟ ਇਜ਼ ਔਨ ਦੀ ਰੂਫ। ਹੁਣ ਇਹ ਰੂਫ ਤੇ ਨਹੀਂ ਹੋਏਗਾ, ਕਿਉਂਕਿ ਅਸੀਂ ਕਿਤੇ ਬੈਠੇ ਹਾਂ ਤੇ ਅਸੀਂ ਕੁਦਰਤੀ ਤੌਰ ਤੇ ਜਿੱਥੇ ਬੈਠੇ ਹਾਂ ਉਸੇ ਛੱਤ ਦੀ ਗੱਲ ਕਰਾਂਗੇ, ਅਸੀਂ ਆਂਢੀਆਂ ਗੁਆਂਢੀਆਂ ਦੀ ਜਾਂ ਕਿਤੇ ਹੋਰ ਕਿਸੇ ਛੱਤ ਦੀ ਗੱਲ ਨਹੀਂ ਕਰਾਂਗੇ। ਇਸ ਕਰਕੇ ਰੂਫ ਦੇ ਨਾਲ ਦੀ ਹੀ ਆਏਗਾ। ਅਸੀਂ ਬੈਠੇ ਹਾਂ, ਆ ਕੈਟ ਇਜ਼ ਔਨ ਦਾ ਰੂਫ, ਮੰਨ ਲਓ ਇਹ ਕੋਠਾ ਕੱਚਾ ਹੈ ਜਾਂ ਕੋਈ ਉੱਤੇ ਚਾਦਰਾਂ ਪਈਆਂ ਜਾਂ ਕੋਈ ਹੋਰ ਇੱਦਾਂ ਆਵਾਜ਼ਾਂ ਆ ਰਹੀਆਂ, ਤੇ ਅਸੀਂ ਕਿ ਵੀ ਕੀ ਹੋਇਆ, ਤੇ ਬੰਦਾ ਕੋਈ ਕਹਿੰਦਾ ਆ ਕੈਟ ਇਜ਼ ਔਨ ਦਾ ਰੂਫ, ਅਰਥਾਤ ਛੱਤ ਤੇ ਕੋਈ ਬਿੱਲੀ ਹੈ। ਆ ਕੈਟ ਕੋਈ ਬਿੱਲੀ, ਆ ਕੈਟ ਮੈਨੇ ਕੋਈ ਬਿੱਲੀ, ਸਾਨੂੰ ਨਹੀਂ ਪਤਾ, ਆ ਕੈਟ ਇਜ਼ ਔਨ ਦਾ ਰੂਫ। ਤੇ ਦੀ ਕੈਟ ਵਾਜ਼ ਔਨ ਦਾ ਰੂਫ, ਅਰਥਾਤ ਸਾਡੀ ਬਿੱਲੀ, ਖਾਸ ਬਿੱਲੀ, ਮੰਨ ਲਓ ਪਾਲੀ ਹੋਈ ਹੈ, ਤੇ ਘਰ ਆਇਆ ਕੋਈ, ਮਤਲਬ ਘਰ ਦਾ ਮੈਂਬਰ ਹੈ, ਕਹਿੰਦਾ ਵੇਅਰ ਇਜ਼ ਦਾ ਕੈਟ, ਜਿੱਦਾਂ ਵੇਅਰ ਇਜ਼ ਦਾ ਡੌਗ, ਵੀ ਸਾਡਾ ਜਿਹੜਾ ਕੁੱਤਾ ਜਿਹੜਾ ਪਾਲਿਆ ਹੋਇਆ, ਵੀ ਬਿੱਲੀ ਜਿਹੜੇ ਮੈਂ ਘਰ ਆਉਂਦਾ ਰੋਜ਼ ਮੇਰੇ ਕੋਲ ਮਿਲਣ ਆਉਂਦੀ ਹੈ, ਮੈਨੂੰ ਮੇਰੇ ਪੈਰਾਂ 'ਚ ਲਿਟਦੀ ਹੈ, ਅੱਜ ਬਿੱਲੀ ਨਜ਼ਰ ਨਹੀਂ ਆਈ, ਤੇ ਕਹਾਂਗੇ ਦੀ ਕੈਟ ਇਜ਼ ਔਨ ਦਾ ਰੂਫ, ਜਿਹੜੀ ਬਿੱਲੀ ਹੈ ਉਹ ਛੱਤ ਤੇ ਹੈਗੀ ਹੈ। ਇਹਦਾ ਮਤਲਬ ਹੈ ਬਿੱਲੀ ਛੱਤ ਤੇ ਹੈਗੀ ਹੈ, ਉਹ ਬਿੱਲੀ ਦਾ ਵੀ ਸਾਨੂੰ ਪਤਾ ਹੈ, ਬਿੱਲੀ ਖਾਸ ਹੈ ਤੇ ਛੱਤ ਤੇ ਆਪਣੀ ਹੈਗੀ ਹੀ ਹੈ। ਜਿੱਥੇ ਅਸੀਂ ਬੈਠੇ ਹਾਂ, ਜਿਹੜੇ ਥੱਲੇ ਬੈਠੇ ਹਾਂ, ਉਸ ਛੱਤ ਦੀ ਗੱਲ ਹੋ ਰਹੀ ਹੈ। ਆ ਕੈਟ ਇਜ਼ ਔਨ ਦਾ ਰੂਫ, ਅਰਥਾਤ ਛੱਤ ਤੇ ਕੋਈ ਬਿੱਲੀ ਹੈ, ਕੋਈ ਬਿੱਲੀ, ਉਹਦਾ ਪਤਾ ਨਹੀਂ। ਠੀਕ ਹੈ। ਮਹਾਤਮਾ ਗਾਂਧੀ ਵਾਜ਼ ਆ ਗ੍ਰੇਟ ਲੀਡਰ, ਕਿਸੇ ਬੰਦੇ ਵਾਸਤੇ ਕੋਈ ਗੁਣਵਾਚਕ ਗੱਲ ਇੱਦਾਂ ਕਰਨੀ ਹੋਵੇ, ਆ ਕਲੈਵਰ, ਐਨ ਇੰਟੈਲੀਜੈਂਟ, ਹਨਾ, ਕਨਿੰਗ, ਆ ਲੇਜ਼ੀ, ਆ ਹਾਰਡ ਵਰਕਿੰਗ, ਸੋ ਇਹ ਆਉਂਦਾ ਹੈ। ਸੋ ਮਹਾਤਮਾ ਗਾਂਧੀ ਵਾਜ਼ ਆ ਗ੍ਰੇਟ ਲੀਡਰ ਆਫ ਇੰਡੀਆ, ਅਰਥਾਤ ਮਹਾਤਮਾ ਗਾਂਧੀ ਇੰਡੀਆ ਦਾ ਇੱਕ ਮਹਾਨ ਆਗੂ ਸੀ। ਦੀ ਸਟੋਨ ਹਿੱਟ ਮੀ ਔਨ ਦੀ ਹੈਡ, ਪਹਿਲੇ ਲੈਸਨਾਂ 'ਚ ਪੜ੍ਹਿਆ ਸੀਗਾ ਅ ਬ੍ਰਿਕ ਹਿੱਟ ਹਿਮ ਇਨ ਦਾ ਫੇਸ। ਸੋ ਜਦੋਂ ਇਹਦਾ ਅੰਗਾਂ ਦੀ ਗੱਲ ਕਰਨੀ ਹੋਵੇ, ਦੀ ਹੈਡ, ਦੀ ਫੋਰ ਹੈਡ, ਦੀ ਫੇਸ, ਤੇ ਹਮੇਸ਼ਾ ਦੀ ਲੱਗਦਾ ਹੈ। ਠੀਕ ਹੈ। ਦੀ ਸਟੋਨ ਹਿੱਟ ਮੀ ਔਨ ਦੀ ਹੈਡ, ਅਰਥਾਤ ਵੱਟਾ ਮੇਰੇ ਸਿਰ ਵਿੱਚ ਆ ਕੇ ਵੱਜਿਆ। ਜੌਨ ਇਜ਼ ਦੀ ਸਮੋਲੈਸਟ ਬॉय ਇਨ ਦੀ ਕਲਾਸ ਬਟ ਪੀਟਰ ਇਜ਼ ਦੀ ਬਿਗੇਸਟ, ਜੌਨ ਕਲਾਸ ਦਾ ਸਭ ਤੋਂ ਛੋਟਾ ਠਿੰਗਾ ਬੌਣਾ ਮੁੰਡਾ ਹੈ, ਅਤੇ ਪੀਟਰ ਇਜ਼ ਦਾ ਬਿਗੇਸਟ, ਤੇ ਪੀਟਰ ਸਭ ਤੋਂ ਭਾਰਾ, ਸਭ ਤੋਂ ਵੱਡਾ ਹੈ। ਠੀਕ ਹੈ। ਸੋ ਦੀ ਬਿਗੇਸਟ ਦੇ ਮੋਰੇ ਦੀ ਆਏਗਾ, ਸਮੋਲੈਸਟ ਦੇ ਮੋਰੇ ਵੀ ਦੀ ਆਏਗਾ, ਕਿਉਂਕਿ ਸੁਪਰਲੇਟਿਵ ਜਿੱਥੇ ਸੁਪਰਲੇਟਿਵ ਹੋਏ, ਸਮੋਲੈਸਟ, ਬਿਗੇਸਟ, ਹੈਵੀਐਸਟ, ਲਾਈਟੈਸਟ, ਬ੍ਰਾਈਟੈਸਟ, ਮੋਸਟ ਇੰਟੈਲੀਜੈਂਟ, ਲੀਸਟ ਇੰਟੈਲੀਜੈਂਟ, ਹੈ ਨਾ, ਤਾਂ ਹਮੇਸ਼ਾ ਦੀ ਆਉਂਦਾ ਹੈ। ਆਈ ਵੁੱਡ ਲਾਈਕ ਟੂ ਬਾਈ ਅ ਪੇਅਰ,
एक पेयर, स्टॉकिंग्स मैंने लंबियां जुराबां, पेयर मैंने जोड़ा, मैं एक मैं लंबियां जुराबां का एक जोड़ा लेना खरीदना पसंद करांगा। एंड अ कपल, कपल भी होंदा जोड़ा, कपल ऑफ शर्ट्स। हुण जोड़ा बच्चों किदां हुंदा है? जोड़ा आंदा भी जोड़ विच ही आंदा है भी खब्बी जुराब ते सज्जी जुराब, तां ਅਸੀਂ पेयर वरतदे हां। पर कपल मतलब की होंदा दो शर्ट्स, शर्ट्स ਦਾ जोड़ा तो नहीं होंदा ना। कपल ऑफ शर्ट्स मैंने मैं दो झग्गे ਲੈਣੇ ਨੇ ਤੇ ਜਰਾਬਾਂ ਦਾ ਇੱਕ ਜੋੜਾ ਲੈਣਾ ਹੈ। ਹੁਣ ਦੇਖੋ ਇੱਥੇ ਕਿਹਾ ਜਰਾਬਾਂ ਦਾ ਜੋੜਾ, ਇੱਥੇ ਦੋ ਝੱਗੇ। ਸੋ ਕਪਲ ਦਾ ਮਤਲਬ ਹੁੰਦਾ ਦੋ। ਕਪਲ ਅਸੀਂ ਮੀਆਂ ਬੀਬੀ ਦੇ ਜੋੜੇ ਨੂੰ ਵੀ ਕਪਲ ਕਹਿ ਦਿੰਦੇ ਹਾਂ। ਸੋ ਕਪਲ ਜਿਹੜੇ ਦੋ ਦੀ ਗੱਲ ਕਰਨੀ ਹੋਵੇ ਤਾਂ ਵੀ ਅਸੀਂ ਕਪਲ ਵਰਤਦੇ ਹਾਂ, ਪਰ ਉਹ ਇਸ ਸੈਂਸ ਵਿੱਚ ਨਹੀਂ ਹੁੰਦਾ ਜਿੱਦਾਂ ਵੀ ਸਟਾਕਿੰਗਸ ਦਾ ਹੋ ਗਿਆ, ਜਿੱਦਾਂ ਪੇਅਰ ਆਫ ਸ਼ੂਜ਼, ਖੱਬੀ ਪੈਰ ਦੀ ਜੁੱਤੀ ਤੇ ਸੱਜੇ ਪੈਰ ਦੀ ਜੁੱਤੀ। ਪਰ ਸ਼ਰਟਸ ਤੇ ਇਦਾਂ ਨਹੀਂ ਹੁੰਦੀਆਂ ਨਾ, ਸ਼ਰਟਸ ਤੇ ਕੀ ਹੁੰਦੀ ਹੈ, ਤੇ ਕਪਲ ਆਫ ਸ਼ਰਟਸ, ਅਸੀਂ ਪੇਅਰ ਆਫ ਸ਼ਰਟਸ ਕਦੀ ਨਹੀਂ ਕਹਿੰਦੇ, ਅਸੀਂ ਕਪਲ ਆਫ ਸ਼ਰਟਸ ਕਹਿੰਦੇ। ਕਪਲ ਆਫ ਸ਼ਰਟਸ ਦਾ ਮਤਲਬ ਵੀ ਦੋ ਝੱਗੇ, ਠੀਕ ਹੈ। ਆ ਕਪਲ ਅਰਥਾਤ ਦੋ ਕਮੀਜ਼ਾਂ ਦਾ ਸੈੱਟ, ਆ ਪੇਅਰ ਆਫ ਸਟਾਕਿੰਗਸ ਜਰਾਬਾਂ ਦਾ, ਲੰਬੀਆਂ ਜਰਾਬਾਂ ਦਾ ਜੋੜਾ। फिर आ गया बच्चों वही सेम एक्सरसाइज ਤੇ ਇਹਦੇ ਵਿੱਚ ए एंड दी ਭਰਨੀ ਹੈ ਜਾਂ ਖਾਲੀ ਥਾਂ ਛੱਡਣਾ ਹੈ, ਉਦਾਂ ਹੀ ਜੇ ਲੋੜ ਨਹੀਂ ਹੈਗੀ ਤੇ ਠੀਕ ਹੈ। ਮੈਨੀ ਅ ਫਲਾਵਰ ਇਜ਼ ਬੋਰਨ ਟੂ ਬਲਸ਼ ਅਨਸੀਨ। ਹੁਣ ਬੱਚਿਓ ਕਿਸੇ ਕਵਿਤਾ ਦਾ ਇੱਕ ਲਾਈਨ ਹੈਗੀ ਹੈ। ਹੁਣ ਮੈਨੀ ਅ ਫਲਾਵਰ ਤੁਹਾਨੂੰ ਮੈਂ ਦੱਸ ਦਵਾਂ, ਮੈਨੀ ਅ ਫਲਾਵਰ ਇਜ਼, ਦੇਖੋ ਫਲਾਵਰ ਇਜ਼, ਇਹ ਬੱਚਿਆਂ ਨੂੰ ਕਿਸੇ ਨੂੰ ਭੁਲੇਖਾ ਪੈਂਦਾ ਕਿ ਇਹ ਨਵੀਂ ਚੀਜ਼ ਹੈ, ਕਹਿਣ ਦਾ ਇੱਕ ਲਹਿਜ਼ਾ ਹੈ, ਢੰਗ ਹੈ। ਜੇ ਤੁਸੀਂ ਕਿਉਂ ਮੈਨੂੰ ਪੁੱਛੋ ਵੀ ਸਰ ਇਹਨੂੰ ਸਿੰਪਲ ਕਰਕੇ ਲਿਖੀਏ ਤੇ ਕਿੱਦਾਂ ਲਿਖਾਂਗੇ, ਤੇ ਇਹਦਾ ਸਿੰਪਲ ਕਰਨ ਦਾ ਤਰੀਕਾ ਬੱਚਿਓ ਹੈ ਵੇ ਮੈਨੀ ਆ ਫਲਾਵਰ ਇਜ਼ ਨੂੰ ਕਰਕੇ ਤੁਸੀਂ ਕਰ ਦਿਓ ਮੈਨੀ ਫਲਾਵਰਸ ਆਰ ਬੋਰਨ। ਬਸ ਇਹ ਯਾਦ ਰੱਖ ਲਓ, ਜਦੋਂ ਇਦਾਂ ਹੋਵੇ ਮੈਨੀ ਆ ਫਲਾਵਰ ਤੇ ਇਹ ਹਟਾ ਕੇ ਇੱਥੇ ਕਰ ਦਿਓ ਬਹੁਵਚਨ ਤੇ ਇਸ ਦਾ ਵੀ ਕਰ ਦਿਓ ਆਰ ਜਾਂ ਵਰ, ਠੀਕ ਹੈ। ਸੋ ਮੈਨੀ ਆ ਫਲਾਵਰ ਇਜ਼ ਦਾ ਮਤਲਬ ਹੈ ਮੈਨੀ ਫਲਾਵਰਸ ਆਰ ਬੋਰਨ ਟੂ ਬਲਸ਼ ਅਨਸੀਨ। ਬਲਸ਼ ਹੁੰਦਾ ਲਾਲ ਕਰ ਦੇਣਾ, ਜਿੱਦਾਂ ਬਲਸ਼ ਬਣਨ ਹੁੰਦਾ ਵੀ ਸ਼ਰਮਿੰਦਗੀ ਨਾਲ, ਸ਼ਰਮ ਨਾਲ, ਨਿਮਰਤਾ ਨਾਲ ਜਾਂ ਲਾਲ ਹੋ ਜਾਣਾ, ਠੀਕ ਹੈ, ਉਹਨੂੰ ਕਹਿੰਦੇ ਬਲਸ਼ਿੰਗ। ਸੋ ਅਨਸੀਨ ਮੈਨੇ ਜਿਹੜੇ ਕਦੇ ਨਜ਼ਰ ਹੀ ਨਹੀਂ ਪੈਂਦੇ। ਇਹਦਾ ਮਤਲਬ ਕੀ ਹੈ ਮੈਂ ਨਾਲ ਨਾਲ ਦੱਸਦਾ, ਵੈਸੇ ਇਹ ਵਿਸ਼ਾ ਤਾਂ ਨਹੀਂ ਹੈਗਾ ਪਰ ਮੈਂ ਇਹਦਾ ਮਤਲਬ ਦੱਸਦਾ। ਮੈਨੀ ਅ ਫਲਾਵਰ ਇਜ਼ ਬੋਰਨ ਟੂ ਬਲਸ਼ ਅਨਸੀਨ, ਅਰਥਾਤ ਇਹਦਾ ਮਤਲਬ ਹੈ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ 'ਚ ਬੜੇ ਗੁਣ ਹੁੰਦੇ ਨੇ ਪਰ ਉਹ ਗੁੰਮਨਾਮ ਦੀ ਜ਼ਿੰਦਗੀ ਜੀ ਕੇ ਖਤਮ ਹੋ ਜਾਂਦੇ, ਚਲ ਜਾਂਦੇ ਨੇ। ਅਸੀਂ ਜਾਣਦੇ ਹਾਂ ਬੱਚੋ ਕਿੰਨੇ ਬੰਦੇ ਬੜੇ ਵਧੀਆ ਗਾ ਲੈਂਦੇ ਨੇ, ਬੜਾ ਵਧੀਆ ਕੀਰਤਨ ਕਰ ਲੈਂਦੇ ਨੇ, ਬੜੇ ਤਗੜੇ ਖਿਡਾਰੀ ਹੁੰਦੇ ਨੇ, ਪਰ ਉਹਨਾਂ ਦੀ ਕਿਸੇ ਨੇਤਾ ਦੇ ਨਾਲ, ਕਿਸੇ ਹੋਰ ਬੰਦੇ ਨਾਲ ਕੋਈ ਜਾਣ ਪਛਾਣ ਨਹੀਂ ਹੁੰਦੀ। ਤੁਹਾਨੂੰ ਪਤਾ ਇੰਡੀਆ ਵਿੱਚ ਸਾਡੇ ਕਿੰਨਾ ਭ੍ਰਿਸ਼ਟਾਚਾਰ ਹੈਗਾ, ਸੋ ਉਹਨਾਂ ਦੀ ਗੱਲ ਨਹੀਂ ਬਣਦੀ ਹੈ ਨਾ। ਕਈ ਬੰਦੇ ਫਿਲਮ ਇੰਡਸਟਰੀ 'ਚ ਉਹੀ ਜਿਹੜੇ ਉਹਨਾਂ ਦੇ ਅੱਗੇ ਨਿਆਣੇ ਨੇ ਉਹੀ ਅੱਗੇ ਵੱਧਦੇ ਨੇ। ਸਿੰਗਿੰਗ ਵਿੱਚ ਵੀ ਇੱਦਾਂ ਹੀ ਹੈਗਾ, ਉੱਥੇ ਵੀ ਹੇਰਾ ਫੇਰੀਆਂ ਹੁੰਦੀਆਂ। ਸੋ ਬੜੇ ਬੰਦੇ ਬੜੇ ਵਧੀਆ ਗਾ ਲੈਂਦੇ ਨੇ, ਬੜੀ ਵਧੀਆ ਐਕਟਿੰਗ ਕਰ ਲੈਂਦੇ ਨੇ, ਬੜਾ ਵਧੀਆ ਬੜੇ ਤਗੜੇ ਲਿਖਾਰੀ ਹੁੰਦੇ ਨੇ, ਬੜੇ ਵਧੀਆ ਕਵੀ ਹੁੰਦੇ ਨੇ, ਪਰ ਉਹ ਗੁੰਮਨਾਮ ਜ਼ਿੰਦਗੀ, ਉਹਨਾਂ ਦੇ ਟੈਲੈਂਟ ਨੂੰ ਕੋਈ ਮਤਲਬ ਕਿ ਫਲ ਫੁੱਲ ਨਹੀਂ ਲੱਗਦਾ, ਕਦਰ ਨਹੀਂ ਪੈਂਦੀ। ਤੇ ਉਹ ਮੈਨੀ ਅ ਫਲਾਵਰ ਇਜ਼ ਬੋਰਨ ਟੂ ਬਲਸ਼ ਅਨਸੀਨ, ਅਰਥਾਤ ਬੜੇ ਸਾਰੇ ਫੁੱਲ ਐਸੇ ਹੁੰਦੇ ਨੇ ਜੋ ਅਣਦਿਸਦਿਆਂ ਨੂੰ ਲਾਲੀ ਦਿੰਦੇ ਨੇ, ਖੁਸ਼ੀ ਦਿੰਦੇ ਨੇ, ਅਰਥਾਤ ਉਹ ਆਪਣੇ ਤੌਰ ਤੇ ਨਿੱਕੇ ਜਿਹੇ ਇਲਾਕੇ ਵਿੱਚ ਪ੍ਰਫੁੱਲਿਤ ਹੁੰਦੇ ਨੇ, ਲੋਕੀ ਉਹਨਾਂ ਨੂੰ ਜਾਣਦੇ ਨੇ, ਪਰ ਵੱਡੀ ਸਟੇਜ ਤੇ ਉਹਨਾਂ ਨੂੰ ਕੋਈ ਥਾਂ ਨਹੀਂ ਮਿਲ ਪਾਉਂਦੀ। ਇਹੋ ਜਿਹੀ ਗੱਲ ਇਹਦਾ ਇਹ ਭਾਵ ਨਿਕਲਦਾ। ਸੋ ਗੱਲ ਇੱਥੇ ਸੀ ਮੈਨੀ ਅ ਫਲਾਵਰ, ਕਿਉਂਕਿ ਇੱਥੇ ਇਜ਼ ਹੈਗਾ ਇਸ ਕਰਕੇ ਇੱਥੇ ਆਏਗਾ ਏ, ਤੇ ਜੇ ਆ ਜਾਏਗਾ ਮੈਨੀ ਫਲਾਵਰਸ ਐਸ ਹੋ ਜਾਏਗਾ, ਏ ਹਟਾ ਦਿਓ ਫਲਾਵਰਸ ਕਰ ਦਿਓ ਤੇ ਇਹ ਬਣ ਜਾਏਗਾ ਆਰ। ਸੋ ਬੱਚੇ ਇੱਕ ਮੁਹਾਵਰਾ ਹੈ ਮੈਨੀ ਆ ਫਲਾਵਰ, ਮੈਨੀ ਆ ਟਾਈਮ, ਮੈਨੀ ਟਾਈਮ ਨੇ ਮੈਨੀ ਟਾਈਮਸ, ਠੀਕ ਹੈ। ਸੋ ਇਸ ਤਰ੍ਹਾਂ ਇਹ ਇੱਕ ਅੰਗਰੇਜ਼ੀ ਦਾ ਕਹਿਣ ਦਾ ਢੰਗ ਹੈਗਾ, ਸਟਾਈਲ ਹੈ। ਸੋ ਮੈਨੀ ਅ ਫਲਾਵਰ ਇਸ ਦਾ ਮਤਲਬ ਹੈ ਮੈਨੀ ਫਲਾਵਰਸ ਆਰ, ਬਸ ਇਹ ਯਾਦ ਰੱਖੋ ਤੁਸੀਂ, ਠੀਕ ਹੈ। ਸੋ ਇਹ ਹਟਾ ਕੇ ਇਹਨੂੰ ਤੁਸੀਂ ਕਰ ਸਕਦੇ ਹੋ ਬਹੁਵਚਨ, ਤੇ ਫਿਰ ਅੱਗੇ ਜਿਹੜੀ ਵਰਬ ਹੈਗੀ ਹੈ ਆਕਸੀਲਰੀ ਵਰਬ ਜਿਹੜੀ ਹੈ ਵਾਲੀ ਹੈਗੀ ਇਜ਼ ਐਮ ਆਰ ਵਰ, ਇਹਨੂੰ ਵੀ ਫਿਰ ਤੁਹਾਨੂੰ ਬਹੁਵਚਨ ਵਿੱਚ ਤਬਦੀਲ ਕਰਨਾ ਪਏਗਾ, ਜਾਂ ਆਰ ਕਰਨਾ ਪਏਗਾ ਜਾਂ ਵਰ ਕਰਨਾ ਪਏਗਾ, ਠੀਕ ਹੈ। ਸੋ ਹੀ ਇਜ਼ ਦੀ ਨਿਊਟਨ ਆਫ ਹਿਜ਼ ਏਜ, ਇਹ ਉਹੀ ਗੱਲ ਆ ਗਈ ਬੱਚਿਓ ਜਿੱਦਾਂ ਪਹਿਲੇ ਹੁਣੀ ਕੀਤਾ ਆਪਾਂ ਕਿ ਕਾਲੀਦਾਸ ਇਜ਼ ਦੀ ਸ਼ੇਕਸਪੀਅਰ ਆਫ ਇੰਡੀਆ, ਜਾਂ ਮੈਂ ਕਿਹਾ ਸੀ ਜਸਕਰਨ ਇਜ਼ ਦੀ ਮਿਲਖਾ ਸਿੰਘ ਆਫ ਇੰਡੀਆ, ਇਹ ਮਿਲਖਾ ਸਿੰਘ ਆਫ ਆਵਰ ਸਕੂਲ, ਜਾਂ ਮੈਂ ਕਿਹਾ ਸੁਲੱਖਣ ਸਿੰਘ ਇਜ਼ ਦੀ ਦਾਰਾ ਸਿੰਘ ਆਫ ਆਵਰ ਵਿਲੇਜ। ਸੋ ਇਸੇ ਤਰ੍ਹਾਂ ਹੈ ਕਿ ਹੀ ਇਜ਼ ਦੀ ਨਿਊਟਨ ਆਫ ਹਿਜ਼ ਏਜ, ਅਰਥਾਤ ਉਹ ਆਪਣੀ ਉਮਰ ਦੇ ਹਿਸਾਬ ਨਾਲ ਤੇ ਨਿਊਟਨ ਹੈ, ਅਰਥਾਤ ਸਾਇੰਸ ਵਿੱਚ ਗਣਿਤ ਵਿੱਚ ਇਹਦਾ ਦਿਮਾਗ ਬੜਾ ਰੋਸ਼ਨ ਹੈ। ਹੀ ਇਜ਼ ਦੀ ਨਿਊਟਨ ਆਫ ਹਿਜ਼ ਏਜ, ਮਤਲਬ ਆਪਣੇ ਹਮ ਉਮਰਾਂ ਦੇ ਵਿੱਚ ਉਹ ਨਿਊਟਨ ਹੈ। ਆਈ ਐਡਮਾਇਰ ਦੀ ਵਿਜ਼ਡਮ ਆਫ ਸੋਲੋਮਨ, ਮੈਂ ਵਿਜ਼ਡਮ ਨੂੰ ਐਡਮਾਇਰ ਕਰਦਾ, ਸਿਆਣਪ ਨੂੰ, ਕਿਹਦੀ ਸਿਆਣਪ ਨੂੰ? ਸੋਲੋਮਨ ਦੀ, ਇਸ ਕਰਕੇ ਹੈਗਾ ਦੀ। ਮੈਂ ਸੋਲੋਮਨ ਦੀ ਸਿਆਣਪ ਦੀ
ਨੂੰ ਸਿਫਤ ਕਰਦਾ, ਸਲਾਮ ਕਰਦਾ। ਦੀ ਹੋਲ ਕਲਾਸ, ਜਦੋਂ ਇਦਾਂ ਕਹਿਣਾ ਹੋਵੇ ਬੱਚੋ ਹੋਲ ਦੇ ਉੱਤੇ ਅੱਗੇ ਦੀ ਲੱਗਦਾ ਹੀ ਹੈ। ਦੀ ਹੋਲ ਕਲਾਸ ਵਿਲ ਪਾਰਟਿਸਿਪੇਟ ਇਨ ਦੀ ਪ੍ਰੋਗਰਾਮ, ਸਾਰੀ ਜਮਾਤ ਸਾਰੀ ਕਲਾਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਏਗੀ। ਪਾਰਟਿਸਿਪੇਟ ਹੋਣਾ ਹਿੱਸਾ ਲੈਣਾ। ਦੀ ਹਿਮਾਲਿਆਜ਼, ਪਹਾੜਾਂ, ਦੀ ਐਲਪਸ, ਦੀ ਹਿਮਾਲਿਆਜ਼, ਦੀ ਗੈਂਜਿਸ, ਨਦੀਆਂ ਦੇ ਨਾਂ, ਪਹਾੜਾਂ ਦੇ ਨਾਂ ਦੇ ਅੱਗੇ ਦੀ ਲੱਗਦਾ ਹੈ। ਦੀ ਹਿਮਾਲਿਆਜ਼ ਪ੍ਰੋਟੈਕਟ ਦੀ ਪਲੇਨਸ ਆਫ ਇੰਡੀਆ ਫਰੋਮ ਦੀ ਕੋਲਡ ਵਿੰਡਸ ਆਫ ਦੀ ਨਾਰਥ, ਜਿਹੜੀ ਦਿਸ਼ਾ ਹੈਗੀ ਹੈ ਉਹਦੇ ਮੋਰੇ ਵੀ ਦੀ ਲੱਗਦਾ ਹੈ। ਦੀ ਨਾਰਥ, ਦੀ ਸਾਊਥ, ਦੀ ਈਸਟ, ਦੀ ਵੈਸਟ, ਇੱਥੇ ਖਾਲੀ ਸਥਾਨ ਤੇ ਨਹੀਂ ਸੀਗਾ ਪਰ ਨਾਲ ਨਾਲ ਮੈਂ ਦੱਸੀ ਜਾ ਰਿਹਾ। ਅਰਥਾਤ ਹਿਮਾਲਯ ਜਿਹੜੇ ਹੈਗੇ ਨੇ, ਹਿਮਾਲਯ ਪਰਬਤ ਜਿਹੜੇ ਨੇ, ਦੀ ਹਿਮਾਲਿਆਜ਼, ਉਹ ਇੰਡੀਆ ਦੇ ਮੈਦਾਨੀ ਇਲਾਕੇ ਨੂੰ ਉੱਤਰ ਤੋਂ ਆਉਂਦੀਆਂ ਠੰਡੀਆਂ ਹਵਾਵਾਂ ਤੋਂ ਬਚਾਉਂਦੇ ਨੇ। ਪ੍ਰੋਟੈਕਟ ਮੈਨੇ ਬਚਾਉਂਦੇ ਨੇ, ਮਤਲਬ ਕਿ ਓਲੇ ਦਾ ਕੰਮ ਕਰਦੇ ਨੇ। ਜਿਹੜੀਆਂ ਉੱਤਰ ਤੋਂ ਬੜੀਆਂ ਠੰਡੀਆਂ ਸੀਤ ਲਹਿਰਾਂ ਆਉਂਦੀਆਂ ਨੇ ਉਹ ਹਿਮਾਲਯ ਪਰਬਤ ਨੂੰ ਰੋਕਦੇ ਨੇ ਤੇ ਇੰਡੀਆ ਦੇ ਮੈਦਾਨੀ ਇਲਾਕਿਆਂ ਨੂੰ ਬਚਾਉਂਦੇ ਨੇ। ਆਈ ਵਾਚਡ ਐਨ ਇੰਟਰਸਟਿੰਗ ਫਿਲਮ ਯੈਸਟਰਡੇ, ਫਿਲਮ ਦੇਖੋ ਇੱਕ ਹੈਗਾ, ਇੱਕ ਵਚਨ ਹੈ, ਸਿੰਗੂਲਰ ਨਾਊਨ ਹੈਗਾ। ਯੈਸਟਰਡੇ ਤੇ ਵੈਸੇ ਹੋ ਗਿਆ ਐਡਵਰਬ ਹੋ ਗਈ, ਕੱਲ ਇਹ ਮੈਂ ਦੇਖੀ ਸੀ। ਹੁਣ ਮੋਰੇ ਇਹਦਾ ਹੈਗਾ ਇੰਟਰਸਟਿੰਗ, ਉਹ ਕੀ ਹੈਗਾ ਐਡਜੈਕਟਿਵ। ਸੋ ਐਡਜੈਕਟਿਵ ਦਾ ਇੰਟਰਸਟਿੰਗ ਜਿਹੜਾ ਹੈ ਕਿੱਦਾਂ ਲਿਖਾਂਗੇ ਪੰਜਾਬੀ ਵਿੱਚ, ਈਡੀ ਤੋਂ, ਈਡੀ ਨੂੰ ਸਿਹਾਰੀ। ਸੋ ਈਡੀ ਤੋਂ ਸ਼ੁਰੂ ਹੁੰਦਾ, ਇਸ ਕਰਕੇ ਐਨ ਆ ਜਾਏਗਾ, ਕਿਉਂਕਿ ਇੱਕ ਵਚਨ ਹੈ, ਜਾਂ ਇਹ ਆਣਾ ਜਾਂ ਐਨ ਆਣਾ, ਕਿਉਂਕਿ ਇੰਟਰਸਟਿੰਗ ਈ ਤੋਂ ਈਡੀ ਤੋਂ ਸ਼ੁਰੂ ਹੁੰਦਾ, ਇਸ ਕਰਕੇ ਆਏਗਾ ਐਨ। ਆਈ ਵਾਚਡ ਐਨ ਇੰਟਰਸਟਿੰਗ ਫਿਲਮ ਯੈਸਟਰਡੇ, ਅਰਥਾਤ ਕੱਲ ਮੈਂ ਇੱਕ ਰੋਚਕ ਜਾਂ ਮਜ਼ੇਦਾਰ ਜਾਂ ਮਤਲਬ ਕਿ ਰੁਚੀ ਪੈਦਾ ਕਰਨ ਵਾਲੀ ਫਿਲਮ ਵੇਖੀ। फिर आ गया आई बॉट, बॉट मैंने खरीदिया, बाय मैंने खरीदना, बॉट मैंने खरीदिया। आई बॉट अ लैपटॉप, एक लैपटॉप, फॉर माई डॉटर, अर्थात मैं अपनी बेटी ਲਈ, ਆਪਣੀ ਧੀ ਲਈ ਇੱਕ ਲੈਪਟਾਪ ਖਰੀਦਿਆ। ਆ ਲੈਪਟਾਪ, ਇੱਕ ਲੈਪਟਾਪ ਖਰੀਦਿਆ। ਠੀਕ ਹੈ, ਹੁਣ ਦੇਖੋ, ਹੁਣ ਬੱਚੋ ਗੱਲ ਕਿੱਦਾਂ ਜੁੜਦੀ ਪਈ, ਇਹ ਤੇ ਹੋਗਾ ਇਹ ਲੈਪਟਾਪ, ਇੱਕ ਲੈਪਟਾਪ ਖਰੀਦਿਆ। ਕੋਈ ਵੀ ਦੁਕਾਨ ਤੇ ਬੜੇ ਸਾਰੇ ਲੈਪਟਾਪ ਸੀਗੇ, ਮੈਂ ਆਪਣੀ ਧੀ ਲਈ ਇੱਕ ਲੈਪਟਾਪ ਖਰੀਦਿਆ। ਹੁਣ ਕਹਿੰਦੇ ਦੀ ਲੈਪਟਾਪ, ਇਹ ਦੀ ਲੈਪਟਾਪ ਕਿਹੜਾ, ਇਹ ਜਿਹੜਾ ਖਰੀਦਿਆ ਸੀ ਉਹਦਾ ਜ਼ਿਕਰ ਆ ਰਿਹਾ। ਦੀ ਲੈਪਟਾਪ ਦੈਟ ਆਈ ਬੌਟ, ਉਹ ਲੈਪਟਾਪ ਜਿਹੜਾ ਮੈਂ ਖਰੀਦਿਆ ਫॉर ਮਾਈ ਡਾਟਰ, ਆਪਣੀ ਧੀ ਲਈ ਖਰੀਦਿਆ, ਵਾਜ਼ ਵੈਰੀ ਐਕਸਪੈਂਸਿਵ, ਉਹ ਬੜਾ ਮਹਿੰਗਾ ਸੀ। ਅਰਥਾਤ ਲੈਪਟਾਪ ਬੜਾ ਮਹਿੰਗਾ ਸੀ, ਕਿਹੜਾ, ਜਿਹੜਾ ਆਪਣੀ ਧੀ ਲਈ ਖਰੀਦਿਆ, ਇਸ ਕਰਕੇ ਇਹਦੇ ਅੱਗੇ ਆ ਗਿਆ ਦੀ। ਹੁਣ ਉਹ ਖਾਸ ਲੈਪਟਾਪ ਹੋ ਗਿਆ ਜਿਹਦੇ ਬਾਰੇ ਜ਼ਿਕਰ ਆ ਚੁੱਕਾ ਹੈ ਪਹਿਲੇ, ਤੇ ਜਿਹਦੇ ਬਾਰੇ ਹੁਣ ਪਤਾ ਹੈ। ਉਹ ਲੈਪਟਾਪ ਮੈਂ ਆਪਣੀ ਧੀ ਲਈ ਖਰੀਦਿਆ ਸੀਗਾ ਤੇ ਉਹ ਬੜਾ ਮਹਿੰਗਾ ਸੀ, ਇਸ ਕਰਕੇ ਆ ਗਿਆ ਦੀ। ਹੁਣ ਫਿਰ ਅੱਗੇ ਚਲੋ ਦੇਖੋ, ਫਿਰ ਹੁਣ ਦੀ ਗੱਲ ਹੀ ਚੱਲੇਗੀ। ਮਾਈ ਡਾਟਰ ਡਿਡਨਟ ਲਾਈਕ, ਡਿਡ ਨੋਟ, ਕਿਉਂਕਿ ਇੱਥੇ ਨੈਗੇਟਿਵ ਵਿੱਚ ਪਾਣਾ ਹੈ, ਇਸ ਕਰਕੇ ਡਿਡ ਵਰਤਿਆ, ਤੇ ਡਿਡ ਦੇ ਨਾਲ ਹਮੇਸ਼ਾ ਫਸਟ ਫਾਰਮ ਆਉਂਦੀ ਹੈ ਲਾਈਕ, ਪਰ ਡਿਡ ਕਰਕੇ ਇਹਦਾ ਮਤਲਬ ਕੀ ਹੈ, ਪਾਸਟ ਟੈਂਸ ਦੀ ਗੱਲ ਚੱਲਦੀ ਹੈ। ਮੈਂ ਆਪਣੀ ਧੀ ਲਈ ਇੱਕ ਲੈਪਟਾਪ ਖਰੀਦਿਆ, ਜਿਹੜਾ ਲੈਪਟਾਪ ਮੈਂ ਆਪਣੀ ਧੀ ਲਈ ਖਰੀਦਿਆ ਬੜਾ ਮਹਿੰਗਾ ਸੀ, ਮੇਰੀ ਧੀ ਨੂੰ ਉਹ ਲੈਪਟਾਪ ਪਸੰਦ ਨਹੀਂ ਆਇਆ। ਡਿਡ ਨੋਟ ਲਾਈਕ ਦੀ ਲੈਪਟਾਪ, ਉਹ ਲੈਪਟਾਪ, ਕਿਹੜਾ ਲੈਪਟਾਪ ਪਸੰਦ ਨਹੀਂ ਆਇਆ, ਜਿਹੜਾ ਮੈਂ ਖਰੀਦਿਆ ਸੀ। ਆਈ ਗੇਵ ਹਰ, ਜਿਹੜਾ ਮੈਂ ਉਹਨੂੰ ਦਿੱਤਾ, ਹੁਣ ਉਹ ਵੀ ਦੀ ਹੋ ਗਿਆ। ਕਿਹੜਾ ਲੈਪਟਾਪ ਪਸੰਦ ਨਹੀਂ ਆਇਆ, ਜਿਹੜਾ ਮੈਂ ਉਹਨੂੰ ਦਿੱਤਾ। ਸ਼ੀ ਸੈਡ, ਉਹਨੇ ਕਿਹਾ, ਦੈਟ ਇਟ ਵਾਸ ਟੂ ਬਿਗ ਫॉर ਹਰ, ਕਿ ਹੈ ਉਹਦੇ ਹਿਸਾਬ ਦੇ ਨਾਲ ਉਹ ਤੇ ਬਹੁਤ ਵੱਡਾ ਹੈ। ਠੀਕ ਹੈ, ਸੋ ਇਸ ਕਰਕੇ ਆਈ ਗॉट ਇਟ ਐਕਸਚੇਂਜਡ, ਮੈਂ ਉਹਨੂੰ ਵਟਾ ਲਿਆ, ਐਕਸਚੇਂਜ ਮੈਨੇ ਵਟਾਣਾ, ਫॉर ਅ ਸਮਾਲਰ ਮਾਡਲ, ਮੈਂ ਉਹਨੂੰ ਛੋਟੇ ਸਾਈਜ਼ ਦੇ ਮਾਡਲ ਦੇ ਨਾਲ ਵਟਾ ਲਿਆ। ਹੁਣ ਉਹ ਵਾਲੇ ਮਾਡਲ, ਜਿਹੜਾ ਸਮਾਲਰ ਮਾਡਲ ਹੈ ਉਹ ਨਹੀਂ ਪਤਾ ਕਿਹੜਾ ਹੈ, ਉਹ ਹਾਲੇ ਦੀ ਨਹੀਂ ਬਣਿਆ, ਉਹ ਹਾਲੇ ਕੋਈ ਵੀ ਹੈਗਾ, ਉਹ ਫਿਰ ਇਹ ਹੋ ਗਿਆ, ਕਿਉਂਕਿ ਹੁਣ ਸਮਾਲਰ ਮਾਡਲ ਫਿਰ ਨਵੀਂ ਚੀਜ਼ ਹੋ ਗਈ। ਜਿੱਦਾਂ ਲੈਪਟਾਪ ਸ਼ੁਰੂਆਤ ਵਿੱਚ ਇੱਕ ਨਵੀਂ ਚੀਜ਼ ਸੀ, ਸ਼ੁਰੂਆਤੀ ਸੀਗੀ, ਪਹਿਲੀ ਵਾਰ ਇਹਦਾ ਜ਼ਿਕਰ ਆਇਆ ਸੀ, ਇਸ ਕਰਕੇ ਇਹ ਆਇਆ, ਬਾਅਦ 'ਚ ਉਹਦਾ ਜ਼ਿਕਰ ਆਉਂਦਾ ਆਇਆ, ਦੀ ਹੋ ਗਿਆ, ਫਿਰ ਇੱਥੇ ਵੀ ਦੀ ਹੋ ਗਿਆ, ਹੈ ਨਾ। ਫਿਰ ਇੱਥੇ ਆ ਕੇ ਕਹਿੰਦੇ ਪਸੰਦ ਨਹੀਂ ਹੈਗਾ, ਬਹੁਤ ਵੱਡਾ ਹੈ, ਤੇ ਮੈਂ ਉਹਨੂੰ ਬਦਲ ਲਿਆ। ਸੋ ਆਈ ਗॉट ਇਟ ਐਕਸਚੇਂਜਡ ਫॉर ਅ ਸਮਾਲਰ ਮਾਡਲ, ਸਮਾਲਰ ਜਿਹੜਾ ਉਹਦਾ ਛੋਟਾ ਮਾਡਲ ਸੀ ਉਹਦੇ ਨਾਲ ਮੈਂ ਉਹਨੂੰ ਵਟਾ ਲਿਆ। ਇਸ ਤਰ੍ਹਾਂ ਬੱਚੇ ਦੇਖੋ ਏ ਐ ਦੀ ਵਰਤੋਂ ਕੀਤੀ ਜਾਂਦੀ ਹੈ। ਐਕਸਰਸਾਈਜ਼ 11 ਆ ਗਈ ਬੱਚੋ, ਇਹਦੇ ਵਿੱਚ ਵੀ ਏ ਐਨ ਹੁਣ ਦੀ ਵਰਤਣਾ ਹੈ ਤੇ ਜਾਂ ਖਾਲੀ ਛੱਡਣਾ ਹੈ ਜੇ ਉਹਦੀ ਲੋੜ ਨਹੀਂ ਹੈਗੀ ਤਾਂ। ਠੀਕ ਹੈ, ਸ਼ੀ ਐਬਸੋਲਿਊਟਲੀ ਲਵਡ ਦਾ ਨਿਊ ਮਾਡਲ, ਹੁਣ ਉਹੀ ਗੱਲ ਆ ਗਈ, ਨਿਊ ਮਾਡਲ ਕਿਹੜਾ, ਹੁਣ ਇਹ ਨਿਊ ਮਾਡਲ ਨਹੀਂ ਹੈਗਾ, ਨਿਊ ਮਾਡਲ, ਕਿਹੜਾ ਮਾਡਲ, ਨਵਾਂ ਮਾਡਲ, ਖਾਸ ਮਾਡਲ ਹੋ ਗਿਆ, ਨਵੇਂ ਮਾਡਲ ਦੀ ਗੱਲ ਹੋ ਰਹੀ ਹੈ ਜਿਹੜਾ ਮੈਂ, ਸ਼ੀ ਐਬਸੋਲਿਊਟਲੀ ਲਵਡ, ਉਹ ਤੇ ਬਿਲਕੁਲ ਨਿਹਾਲ ਹੋ ਗਈ ਉਸ ਨਵੇਂ ਮਾਡਲ ਨੂੰ ਵੇਖ ਕੇ ਦੀ। ਠੀਕ ਹੈ, ਮਾਈ ਸਨ ਹੈਜ਼ ਬੀਨ ਆਸਕਿੰਗ ਫॉर ਅ ਸਮਾਰਟਫੋਨ, ਫॉर ਅ ਵਾਈਲ, ਫॉर ਅ ਵਾਈਲ ਬਣੇ ਹੁੰਦਾ ਹੈ ਕੁਛ ਚਿਰਾਂ ਤੋਂ, ਫॉर ਅ ਵਾਈਲ ਕੁਛ ਚਿਰਾਂ ਤੋਂ, ਮੇਰਾ ਪੁੱਤਰ ਇੱਕ ਸਮਾਰਟਫੋਨ ਕੁਛ ਚਿਰਾਂ ਤੋਂ ਮੰਗ ਰਿਹਾ ਹੈ।
ਆ ਸਮਾਰਟਫੋਨ, ਕੋਈ ਸਮਾਰਟਫੋਨ ਬੜੇ ਨੇ, ਬੜੇ ਬ੍ਰਾਂਡ ਨੇ, ਬੜੇ ਉਹਦੇ ਫੀਚਰਸ ਵਾਲੇ ਨੇ, ਸੋ ਕਈ ਨੇ, ਇਸ ਕਰਕੇ ਇਹ ਸਮਾਰਟਫੋਨ। ਹੀ ਵਾਜ਼ ਦੀ ਓਨਲੀ ਚਾਈਲਡ ਆਫ ਹਿਸ ਪੇਰੈਂਟਸ, ਕਿਉਂਕਿ ਕੱਲਾ ਕੱਲਾ ਸੀ, ਯੂਨੀਕ ਹੋ ਗਿਆ, ਕੱਲਾ ਹੋ ਗਿਆ, ਤੇ ਦੀ ਆਏਗਾ। ਹੀ ਵਾਜ਼ ਦੀ ਓਨਲੀ ਚਾਈਲਡ ਆਫ ਹਿਸ ਪੇਰੈਂਟਸ, ਉਹ ਆਪਣੇ ਮਾਪਿਆਂ ਦਾ ਕੱਲਾ ਕੱਲਾ ਬੱਚਾ ਸੀ। ਸਿਧਾਰਥ ਵਾਜ਼ ਅ ਕਾਈਂਡ ਹਾਰਟਿਡ ਪ੍ਰਿੰਸ। ਹੁਣ ਫਿਰ ਬੱਚੇ ਦੇਖੋ, ਬੰਦੇ ਦੇ ਨੇਚਰ ਦੀ ਗੱਲ ਹੋ ਰਹੀ ਹੈ। ਜਿੱਦਾਂ ਪਹਿਲੇ ਅਸੀਂ ਗ੍ਰੇਟ ਲੀਡਰ, ਐਨ ਈਡੀਅਟ, ਅ ਕਲੈਵਰ ਪਰਸਨ, ਠੀਕ ਹੈ ਨਾ। ਸੋ ਇसी ਤਰ੍ਹਾਂ ਇਹ ਆਏਗਾ, ਸਿਧਾਰਥ ਵਾਜ਼ ਅ ਕਾਈਂਡ ਹਾਰਟਿਡ ਪਰਸਨ। ਇਹ ਪ੍ਰਿੰਸ ਹੁੰਦਾ ਰਾਜਕੁਮਾਰ। ਸਿਧਾਰਥ ਇੱਕ ਕੋਮਲ ਹਿਰਦੇ ਵਾਲਾ ਰਾਜਕੁਮਾਰ ਸੀ, ਠੀਕ ਹੈ। ਹਿਸ ਪੇਰੈਂਟਸ ਸ਼ੀਲਡਡ ਹਿਮ, ਸ਼ੀਲਡ ਹੁੰਦਾ ਬਚਾ ਕੇ ਰੱਖਣਾ, ਪ੍ਰੋਟੈਕਟ ਕਰਕੇ ਰੱਖਣਾ, ਆਪਣੇ ਛਤਰ ਛਾਇਆ ਹੇਠ ਰੱਖਣਾ। ਹਿਸ ਪੇਰੈਂਟਸ ਸ਼ੀਲਡਡ ਹਿਮ ਫਰੋਮ ਦੀ ਮਾਈਜ਼ਰੀਜ਼। ਮਾਈਜ਼ਰੀਜ਼ ਹੁੰਦੀਆਂ ਬੱਚਿਓ, ਕੀ ਕਹੀਏ, ਜਿੱਦਾਂ ਗਰੀਬੀ, ਲਾਚਾਰੀ, ਦਰਦਨਾਕ ਹਾਲਾਤ ਜਿਹੜੇ ਹੁੰਦੇ ਨੇ ਉਹਨੂੰ ਕਹਿੰਦੇ ਮਾਈਜ਼ਰੀ, ਦੁਰਦਸ਼ਾ। ਆਫ ਦੀ ਵਰਲਡ, ਉਹਦੇ ਮਾਪਿਆਂ ਨੇ ਉਹਨੂੰ ਦੁਨੀਆ ਦੀਆਂ ਦੁਸ਼ਵਾਰੀਆਂ, ਦੁਨੀਆ ਦੀਆਂ ਮੁਸ਼ਕਲਾਂ, ਦੁਨੀਆ ਦੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਿਆ। ਕਿਹੜੀਆਂ? ਦੀ ਮਾਈਜ਼ਰੀਜ਼ ਆਫ ਦੀ ਵਰਲਡ, ਦੁਨੀਆ ਦੀਆਂ, ਠੀਕ ਹੈ। ਸੋ ਦੁਨੀਆ ਦੀਆਂ ਜਿਹੜੀਆਂ ਦੁਸ਼ਵਾਰੀਆਂ, ਮੁਸੀਬਤਾਂ, ਮੁਸ਼ਕਲਾਂ, ਇਸ ਕਰਕੇ ਦੀ ਆਏਗਾ, ਤੇ ਵਰਲਡ ਦੇ ਨਾਲ ਤੇ ਦੀ ਆਣਾ ਹੀ, ਕਿਉਂਕਿ ਇੱਕੋ ਇੱਕ ਵਰਲਡ ਹੈ, ਜਿਹਦਾ ਦੀ ਯੂਨੀਵਰਸ, ਦੀ ਸਨ, ਦੀ ਵਰਲਡ, ਠੀਕ ਹੈ। ਫਿਰ ਅਗਰ ਸ਼੍ਰੀਲੰਕਾ ਇਜ਼ ਐਨ ਆਈਲੈਂਡ, ਕੰਟਰੀ ਇੱਕ ਵਚਨ ਹੈ, ਸਿੰਗੂਲਰ ਨਾउन ਹੈ, ਪਰ ਇਹਦੇ ਮੋਰੇ ਆਈਲੈਂਡ ਇਹਦਾ ਲੱਗ ਗਿਆ, ਆਈਲੈਂਡ ਟਾਪੂ। ਆਈਲੈਂਡ ਕੀ ਹੋ ਗਿਆ? ਇਹਦਾ ਐਡਜੈਕਟਿਵ ਹੋ ਗਿਆ, ਤੇ ਆਈਲੈਂਡ ਨੂੰ ਜਿਹੜੇ ਪੰਜਾਬੀ ਲਿਖਾਂਗੇ ਐੜਾ ਕੰਨਾ, ਸਵੈੜੇ ਤੋਂ ਸ਼ੁਰੂ ਹੋ ਰਿਹਾ, ਇਸ ਕਰਕੇ ਐਨ। ਸ਼੍ਰੀਲੰਕਾ ਇੱਕ ਟਾਪੂ ਕੰਟਰੀ ਹੈ, ਅਰਥਾਤ ਇਹਦੇ ਚਾਰੋਂ ਪਾਸੇ ਪਾਣੀ ਹੈ। ਕਿੱਥੇ ਹੈਗਾ? ਇਨ ਦੀ ਇੰਡੀਅਨ ਓਸ਼ਨ। ਜਿਹੜੇ ਓਸ਼ਨ ਨੇ, ਸੀ ਨੇ, ਸਮੁੰਦਰ ਨੇ, ਉਹਦੇ ਮੋਰੇ ਦੀ ਲੱਗਦਾ ਹੈ, ਪਹਾੜਾਂ ਦੇ ਮੋਰੇ ਦੀ ਲੱਗਦਾ ਹੈ, ਨਦੀਆਂ ਦੇ ਮੋਰੇ ਦੀ ਲੱਗਦਾ ਹੈ, ਦੀ ਗੇਂਜੀਜ਼, ਦੀ ਸਤਲੁਜ, ਦੀ ਬਿਆਸ, ਦੀ ਜਮਨਾ, ਦੀ ਇੰਡੀਅਨ ਓਸ਼ਨ, ਦੀ ਅਟਲਾਂਟਿਕ ਓਸ਼ਨ, ਦੀ ਪੈਸੀਫਿਕ ਓਸ਼ਨ, ਦੀ ਸਾਊਥ ਅਟਲਾਂਟਿਕ ਓਸ਼ਨ, ਠੀਕ ਹੈ। ਆਈ ਪ੍ਰੈਫਰ ਦੀ ਮਾਊਂਟੇਨਸ ਟੂ ਦੀ ਸੀ ਸਾਈਡ। ਦੀ ਮਾਊਂਟੇਨਸ ਕੀ ਹੋ ਗਿਆ ਬੱਚੇ? ਪਹਾੜੀ ਇਲਾਕੇ, ਮਤਲਬ ਕਿ ਜਨਰਲ ਗੱਲ ਹੋ ਰਹੀ ਹੈ, ਗਰੁੱਪ ਦੀ, ਜਮਾਤ ਦੀ ਗੱਲ ਹੋ ਰਹੀ ਹੈ, ਠੀਕ ਹੈ। ਆਈ ਪ੍ਰੈਫਰ ਦੀ ਮਾਊਂਟੇਨਸ ਟੂ ਦੀ ਸੀ ਸਾਈਡ। ਸੀ ਸਾਈਡ, ਮੈਂ ਸਮੁੰਦਰੀ ਇਲਾਕਿਆਂ ਨਾਲੋਂ, ਸਮੁੰਦਰੀ ਤੱਟਾਂ ਨਾਲੋਂ ਪਹਾੜਾਂ ਤੇ ਜਾਣਾ ਪਸੰਦ ਕਰਦਾ ਹਾਂ। ਆਈ ਪ੍ਰੈਫਰ ਦੀ ਮਾਊਂਟੇਨਸ, ਵੀ ਕੋਈ ਵੀ ਪਹਾੜੀ ਇਲਾਕਾ। ਜਿੱਦਾਂ ਅਸੀਂ ਗਰੁੱਪ ਦੀ ਗੱਲ ਕਰਦੇ ਪਏ ਹਾਂ, ਇੱਕ ਜਮਾਤ ਦੀ, ਸਾਰੇ ਪਹਾੜੀ ਇਲਾਕਿਆਂ ਨੂੰ ਸਾਂਝੇ ਤੌਰ ਤੇ, ਤੇ ਸੀ ਸਾਈਡ ਸਾਰੇ ਸਮੁੰਦਰੀ ਤੱਟਾਂ ਨੂੰ ਸਾਂਝੇ ਤੌਰ ਤੇ, ਤਾਂ ਅਸੀਂ ਵਰਤਦੇ ਹਾਂ ਦੀ, ਠੀਕ ਹੈ। ਵੀ ਵੈਂਟ ਟੂ ਦੀ ਸੇਮ ਸਕੂਲ। ਹੁਣ ਇਹ ਸਕੂਲ ਬੱਚੋ ਕੋਈ ਇੱਕ ਸਕੂਲ ਤੇ ਨਹੀਂ ਹੈਗਾ, ਅਸੀਂ ਇੱਕ ਸਕੂਲ ਦੀ ਗੱਲ ਕਰ ਰਹੇ ਹਾਂ ਜਿੱਥੇ ਮੈਂ ਵੀ ਗਿਆ ਤੇ ਉਹ ਵੀ ਗਿਆ, ਮਤਲਬ ਕਿ ਅਸੀਂ ਦੋ ਜਣਿਆਂ ਦੀ ਗੱਲ ਕਰ ਰਹੇ ਹਾਂ। ਵੀ ਵੈਂਟ ਟੂ ਦੀ ਸੇਮ ਸਕੂਲ, ਇਸ ਕਰਕੇ ਇੱਥੇ ਆਏਗਾ ਦੀ, ਖਾਸ ਸਕੂਲ ਦੀ ਗੱਲ ਹੋ ਰਹੀ ਹੈ। ਵੀ ਵੈਂਟ ਟੂ ਦੀ ਸੇਮ ਸਕੂਲ। ਮਾਈ ਬ੍ਰਦਰ ਇਜ਼ ਗੋਇੰਗ ਆਊਟ ਵਿਦ ਅ ਚਾਈਨੀਜ਼ ਗਰਲ, ਅਰਥਾਤ ਮੇਰਾ ਭਰਾ ਹੁਣ ਇੱਕ ਚਾਈਨੀਜ਼ ਗਰਲ ਦੇ ਨਾਲ ਘੁੰਮ ਫਿਰ ਰਿਹਾ ਹੈ, ਮਤਲਬ ਕਿ ਉਹਦੀ ਜਿੱਦਾਂ ਮੰਗੇਤਰ ਜਾਂ ਉਹਨੇ ਵਿਆਹ ਕਰਨਾ, ਜੋ ਵੀ ਹੈ, ਇੱਦਾਂ ਮਤਲਬ ਕਿ ਗੋਇੰਗ ਆਊਟ ਹੁੰਦਾ ਹੈ ਡੇਟਿੰਗ ਕਰਨੀ ਜਾਂ ਰਿਲੇਸ਼ਨਸ਼ਿਪ ਡਿਵੈਲਪ ਕਰਨੀ। ਸੋ ਮਾਈ ਬ੍ਰਦਰ ਇਜ਼ ਗੋਇੰਗ ਆਊਟ ਵਿਦ ਅ ਚਾਈਨੀਜ਼ ਗਰਲ। ਆਈ ਐਮ ਲੁਕਿੰਗ ਫਾਰਵਰਡ ਟੂ ਬੀਇੰਗ ਅ ਗ੍ਰੈਂਡ ਮਦਰ। ਗ੍ਰੈਂਡ ਮਦਰ ਦਾ ਮਤਲਬ ਨਾਨੀ ਜਾਂ ਦਾਦੀ। ਦੇਖੋ ਬੱਚੇ, ਸਾਡੀ ਪੰਜਾਬੀ ਬੋਲੀ ਕਿੰਨੀ ਮਹਾਨ ਹੈ, ਹਨਾ। ਜਿਹੜਾ ਡੈਡੀ ਦੀ ਮੰਮੀ ਹੈ ਉਹਦੇ ਲਈ ਅਸੀਂ ਦਾਦੀ ਕਹਿੰਦੇ ਹਾਂ, ਜਿਹੜੀ ਮੰਮੀ ਦੀ ਮੰਮੀ ਹੈ ਉਹਦੇ ਲਈ ਅਸੀਂ ਨਾਨੀ ਕਹਿੰਦੇ ਹਾਂ। ਪਰ ਵਿਚਾਰੇ ਅੰਗਰੇਜ਼ ਕਹਿੰਦੇ ਨੇ ਦੋਨੋਂ ਹੀ ਗ੍ਰੈਂਡ ਮਦਰ ਨੇ। ਹੁਣ ਫਿਰ ਪੁੱਛਣਾ ਪੈਂਦਾ ਭਾਜੀ ਕਿਹੜੇ ਗ੍ਰੈਂਡ ਮਦਰ? ਫਿਰ ਉਹ ਕਹੇਗਾ ਮਾਈ ਪੈਟਰਨਲ ਗ੍ਰੈਂਡ ਮਦਰ। ਪੈਟਰਨਲ ਮੈਨੇ ਪਾਪਾ ਜੀ ਦੀ ਮੰਮੀ, ਤੇ ਫਿਰ ਕਹੇਗਾ ਜਾਂ ਕਿ ਮੈਟਰਨਲ ਗ੍ਰੈਂਡ ਮਦਰ। ਮੈਟਰਨਲ ਮਤਲਬ ਮੇਰੇ ਮਦਰ ਦੀ ਮੰਮੀ। ਸੋ ਉਹਨਾਂ ਨੂੰ ਇੱਦਾਂ ਕਹਿਣਾ ਪੈਂਦਾ ਹੈ, ਮੈਟਰਨਲ ਗ੍ਰੈਂਡ ਮਦਰ ਹੋ ਗਈ ਨਾਨੀ, ਤੇ ਪੈਟਰਨਲ ਗ੍ਰੈਂਡ ਮਦਰ ਹੋ ਗਈ ਦਾਦੀ। ਪਰ ਸਾਡੇ ਪੰਜਾਬੀ ਵਿੱਚ ਬੱਚੇ ਦੇਖੋ, ਹੋਰ ਵੀ ਬੜੇ ਸਿਆਪੇ ਨੇ ਅੰਗਰੇਜ਼ੀ ਦੇ, ਸਾਰਿਆਂ ਨੂੰ ਅੰਕਲ। ਪਰ ਸਾਡੇ ਕੀ ਹੈ? ਮਾਸੜ ਵੱਖਰਾ, ਫੁੱਫੜ ਵੱਖਰਾ, ਤਾਇਆ ਵੱਖਰਾ, ਚਾਚਾ ਵੱਖਰਾ, ਹਨਾ। ਤੇ ਆਂਟੀ ਵੀ ਸਾਰਿਆਂ ਨੂੰ ਆਂਟੀ, ਪਰ ਸਾਡੇ ਮਾਸੀ ਵੱਖਰੀ ਹੈ, ਭੂਆ ਵੱਖਰੀ ਹੈ, ਮਾਮੀ ਵੱਖਰੀ ਹੈ, ਤੇ ਫਿਰ ਆਪਣਾ ਚਾਚੀ ਵੱਖਰੀ ਹੈ, ਤਾਈ ਵੱਖਰੀ ਹੈ। ਕਲੀਅਰ ਹੋ ਜਾਂਦਾ ਬੜਾ। ਸੋ ਚਲੋ ਖੈਰ, ਹੈ ਅੰਗਰੇਜ਼ੀ ਦੀ ਮਜਬੂਰੀਆਂ। ਸੋ ਕਹਿੰਦੇ ਆਈ ਐਮ ਲੁਕਿੰਗ ਫਾਰਵਰਡ ਟੂ। ਲੁੱਕ ਫਾਰਵਰਡ ਟੂ ਹੁੰਦਾ ਹੈ ਇਹ ਤਾਂਗ ਰੱਖਣੀ, ਮਤਲਬ ਕਿ ਵੀ ਜਗਿਆਸਾ ਰੱਖਣੀ, ਵੀ ਮੈਂ ਤਾਂਗ ਹੈਗੀ ਹੈ। ਆਈ ਐਮ ਲੁਕਿੰਗ ਫਾਰਵਰਡ ਟੂ ਬੀਇੰਗ ਅ ਗ੍ਰੈਂਡ ਮਦਰ, ਅਰਥਾਤ ਮੈਨੂੰ ਦਾਦੀ ਬਣਨ ਦਾ ਜਾਂ ਨਾਨੀ ਬਣਨ ਦਾ ਚਾਅ ਚੜਿਆ ਹੋਇਆ ਹੈ, ਵੀ ਮੈਂ ਉਹਦੀ ਤਾਂਗ ਕਰ ਰਹੀ ਹਾਂ, ਅਰਥਾਤ ਮੈਂ ਨਾਨੀ ਬਣਨ ਵਾਲੀ ਹਾਂ, ਦਾਦੀ ਬਣਨ ਵਾਲੀ ਹਾਂ, ਮੈਨੂੰ ਇਹਦਾ ਬੜਾ ਚਾਅ ਹੈ। ਆ ਗ੍ਰੈਂਡ ਮਦਰ,
ਵੀ ਮੈਂ ਇੱਕ ਹੁਣ ਨਾਨੀ ਬਣ ਜਾਵਾਂਗੀ, ਮੈਂ ਹੁਣ ਨਾਨੀਆਂ ਬੜੀਆਂ ਨੇ, ਦਾਦੀਆਂ ਬੜੀਆਂ ਨੇ, ਤੇ ਮੈਂ ਵੀ ਹੁਣ ਛੇਤੀ ਹੀ ਇੱਕ ਨਾਨੀ ਜਾਂ ਇੱਕ ਦਾਦੀ ਬਣ ਜਾਵਾਂਗੀ, ਉਹਨਾਂ ਦੀ ਗਿਣਤੀ 'ਚ ਆ ਜਾਵਾਂਗੀ। ਸੋ ਆਈ ਐਮ ਲੁਕਿੰਗ ਫਾਰਵਰਡ ਟੂ ਬੀਇੰਗ ਅ ਗ੍ਰੈਂਡ ਮਦਰ। ਹੁਣ ਦੇਖੋ ਬੱਚਿਓ, ਬੜੀ ਕਮਾਲ ਦੀ ਗੱਲ, ਠੀਕ ਹੈ। ਹੁਣ ਅਗੇ ਡਿਟਰਮੀਨਰ। ਡਿਟਰਮੀਨਰ ਹੁਣ ਕੱਲਾ ਏ ਐਨ ਦੀ ਗੱਲ ਨਹੀਂ ਹੈਗੀ, ਏ ਐਨ ਦੀ ਵੀ ਡਿਟਰਮੀਨਰ ਹਨ, ਪਰ ਇੱਕ ਕਿਸਮ ਦੇ ਡਿਟਰਮੀਨਰ ਹਨ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਆਰਟੀਕਲਸ, ਪਰ ਹੋਰ ਬੜੇ ਸਾਰੇ ਡਿਟਰਮੀਨਰ ਹੁੰਦੇ ਨੇ, ਪੋਜੈਸਿਵ, ਇੰਟੈਰੋਗੇਟਿਵ, ਫਿਰ ਹੈ ਕੁਆਂਟੀਟੇਟਿਵ, ਨਿਊਮਰਲ। ਹੁਣ ਉਹ ਸਾਰੇ ਸਾਰਿਆਂ ਦੀ ਅਸੀਂ ਆਪਣਾ ਵਰਤੋਂ ਕਰਾਂਗੇ ਜਿੱਥੇ ਜਿੱਥੇ ਮੁਮਕਿਨ ਹੋਏਗਾ। ਹੁਣ ਦੇਖੋ ਬੱਚੋ, ਹੈਵ ਦੇ ਗॉट ਮੈਚਿਸ। ਮੈਚਿਸ ਦੇ ਵਿੱਚੋਂ ਦੋ ਤਿੰਨ ਮਤਲਬ ਹੁੰਦੇ ਨੇ, ਬਲਕਿ ਚਾਰ ਮਤਲਬ ਹੁੰਦੇ ਨੇ। ਮੈਚ ਮੈਨੇ ਹੁੰਦਾ ਜਿੱਦਾਂ ਕੁੜੀ ਮੁੰਡੇ ਦਾ ਮੈਚ ਕਰਨਾ, ਵੀ ਜਿੱਦਾਂ ਹੀ ਇਜ਼ ਅ ਪਰਫੈਕਟ ਮੈਚ ਫॉर ਹਰ, ਵੀ ਇਹ ਉਹਦੇ ਲਈ ਬੜਾ ਵਧੀਆ ਲਾੜਾ, ਬੜਾ ਵਧੀਆ ਹਸਬੈਂਡ ਰਹੇਗਾ। ਜਾਂ ਸ਼ੀ ਇਜ਼ ਅ ਪਰਫੈਕਟ ਮੈਚ ਫॉर ਹਿਮ, ਉਹ ਉਹਦੇ ਲਈ ਬਿਲਕੁਲ ਦਰੁਸਤ, ਉਹਦੀ ਬੜੀ ਵਧੀਆ ਵਾਈਫ ਬਣੇਗੀ, ਠੀਕ ਹੈ। ਤੇ ਮੈਚ ਵਾਲੇ ਕੰਟੈਸਟ ਵੀ ਹੁੰਦਾ, ਜਿੱਦਾਂ ਕਹਿੰਦੇ ਮੈਚ ਕਬੱਡੀ ਮੈਚ, ਹਾਕੀ ਮੈਚ, ਠੀਕ ਹੈ। ਫਿਰ ਮੈਚ ਹੁੰਦਾ ਹੈ ਕਿਸੇ ਚੀਜ਼ ਦੀ ਟੱਕਰ ਤੇ ਬਰਾਬਰ ਬਿਲਕੁਲ ਉਹਦੇ ਇਨ ਬਿਨ ਹੋਣਾ, ਜਿੱਦਾਂ ਮੈਂ ਕਹਿੰਦਾ ਹੀ ਵਾਜ਼ ਨੋ ਮੈਚ ਫॉर ਹਿਜ਼ ਓਪੋਨੈਂਟ, ਅਰਥਾਤ ਉਹ ਆਪਣੇ ਜਿਹੜਾ ਉਹਦਾ ਜਿਹੜਾ ਬੰਦਾ ਸੀ ਕਬੱਡੀ ਦਾ ਦੂਜਾ ਉਹਨੇ ਖੇਡਿਆ ਸੀ, ਉਹਦੀ ਟੱਕਰ ਤੇ ਕੁਝ ਟਿਕ ਨਹੀਂ ਸਕਿਆ। ਹੀ ਵਾਜ਼ ਨੋ ਮੈਚ ਫॉर ਹਿਮ, ਵੀ ਉਹ ਕਿਤੇ ਬੜਾ ਫੁਰਤੀਲਾ ਸੀ, ਬੜਾ ਤਗੜਾ ਸੀ, ਉਹਨੇ ਤੇ ਹਾਰਨਾ ਹੀ ਸੀ। ਹੀ ਵਾਜ਼ ਨੋ ਮੈਚ ਫॉर ਹਿਮ। ਇੱਥੇ ਜਿਹੜਾ ਇੱਕ ਮੈਚ ਦਾ ਮਤਲਬ ਹੁੰਦਾ ਵਿੱਚ ਮਾਚਿਸ ਦੀ ਤੀਲੀ। ਹੁਣ ਇੱਥੇ ਇਹਨਾਂ ਨੇ ਹੋਰ ਸਪਸ਼ਟ ਨਹੀਂ ਕੀਤਾ, ਸੋ ਮੈਂ ਇੱਥੇ ਮੰਨ ਕੇ ਚੱਲ ਰਿਹਾ ਮਾਚਿਸ ਦੀ ਤੀਲੀ, ਠੀਕ ਹੈ। ਮੈਂ ਮੰਨ ਕੇ ਚੱਲ ਰਿਹਾ, ਇੱਕ ਮਤਲਬ ਤੇ ਲੈਣਾ ਹੀ ਹੈ ਕੋਈ। ਸੋ ਹੈਵ ਦੇ ਗॉट ਮੈਚਿਸ, ਅਰਥਾਤ ਕਿ ਉਹਨਾਂ ਕੋਲ ਮਾਚਿਸ ਦੀਆਂ ਤੀਲੀਆਂ ਹਨ। ਮੈਚ ਹੁੰਦੀ ਇੱਕ ਮਾਚਿਸ ਦੀ ਤੀਲੀ, ਮੈਚਿਸ ਮੈਨੇ ਮਾਚਿਸ ਦੀਆਂ ਤੀਲੀਆਂ। ਮੈਂ ਇਹ ਮੰਨ ਕੇ ਚੱਲ, ਤੁਹਾਨੂੰ ਸਮਝਾਉਣ ਦਾ ਤਰੀਕਾ ਹੈ। ਹੈਵ ਦੇ ਗॉट ਮੈਚਿਸ, ਕਿ ਉਹਨਾਂ ਕੋਲ ਮਾਚਿਸ ਦੀਆਂ ਤੀਲੀਆਂ ਹਨ। ਇੱਥੇ ਕੁਝ ਵੀ ਨਹੀਂ ਹੈਗਾ, ਮੈਂ ਖਾਲੀ ਛੱਡ ਦਿੱਤਾ, ਨੋ ਡਿਟਰਮੀਨਰ ਯੂਜ਼ਡ, ਠੀਕ ਹੈ। ਫਿਰ ਆ ਗਿਆ ਹੈਵ ਦੇ ਗॉट ਸਮ ਮੈਚਿਸ, ਕਿ ਉਹਨਾਂ ਕੋਲ ਕੁਝ ਮਾਚਿਸ ਦੀਆਂ ਤੀਲੀਆਂ ਹਨ। ਹੈਵ ਦੇ ਗॉट ਐਨੀ ਮੈਚਿਸ, ਕਿ ਉਹਨਾਂ ਕੋਲ ਕੋਈ ਵੀ ਮਾਚਿਸ ਦੀ ਤੀਲੀਆਂ ਹਨ। ਆ ਫਿਊ, ਸਮ ਦੀ ਜਗ੍ਹਾ ਆ ਫਿਊ ਵੀ ਵਰਤ ਸਕਦੇ ਹੋ। ਬੱਚੇ ਬੜੇ ਧਿਆਨ ਨਾਲ ਦੇਖਿਓ, ਤੁਹਾਡੀ ਅੰਗਰੇਜ਼ੀ ਬੜੀ ਪਰਫੈਕਟ ਹੋ ਜਾਏਗੀ ਜੇ ਤੁਸੀਂ ਧਿਆਨ ਨਾਲ ਦੇਖੋਗੇ। ਸਮ ਦੀ ਜਗ੍ਹਾ ਆ ਫਿਊ ਵੀ ਵਰਤ ਸਕਦੇ ਹਾਂ। ਹੈਵ ਦੇ ਗॉट ਅ ਫਿਊ ਮੈਚਿਸ, ਕਿ ਉਹਨਾਂ ਕੋਲ ਕੁਝ ਥੋੜੀਆਂ ਬਹੁਤ ਮਾਚਿਸ ਦੀ ਤੀਲੀਆਂ ਹਨ। ਹੈਵ ਦੇ ਗॉट ਦੀ ਮੈਚਿਸ, ਹੁਣ ਬੱਚੇ ਮੈਂ ਦੀ ਵਰਤਿਆ, ਅਰਥਾਤ ਜਿਹੜੀਆਂ ਮੈਂ ਲਿਆਉਣ ਲਈ ਕਿਹਾ ਸੀਗਾ, ਜਾਂ ਜੋ ਮੈਂ ਜਿਹਦੇ ਬਾਰੇ ਪਹਿਲੇ ਗੱਲ ਚੱਲਦੀ ਪਈ ਹੈ, ਚਰਚਾ ਵਿੱਚ ਹੈ, ਤਾਂ ਮੈਂ ਉਹ ਸਪੈਸੀਫਾਈ ਕਰ ਰਿਹਾ ਖਾਸ, ਕਿ ਉਹਨਾਂ ਕੋਲ ਉਹ ਵਾਲੀਆਂ ਮਾਚਿਸ ਦੀ ਤੀਲੀਆਂ ਹਨ। ਮਤਲਬ ਕਿ ਇਹ ਕੋਈ ਸੀਨ ਹੈਗਾ, ਕੋਈ ਜੰਗਲ ਵਿੱਚ ਹੈਗੇ ਆ, ਕੋਈ ਰੈਸਕਿਊ ਹੋ ਰਿਹਾ, ਜਾਂ ਕਿਤੇ ਕੋਈ ਕਹਾਣੀ ਹੈਗੀ ਹੈ, ਉਹਦਾ ਇੱਕ ਸੈਂਟੈਂਸ ਦਾ ਤੁਹਾਨੂੰ ਇਹ ਕਲਪਨਾ ਕਰਨੀ ਪਏਗੀ। ਹੈਵ ਦੇ ਗॉट ਦੀ ਮੈਚਿਸ, ਅਰਥਾਤ ਉਹ ਮਾਚਿਸ ਦੀ ਤੀਲੀਆਂ ਉਹਨਾਂ ਕੋਲ ਹੈਗੀਆਂ ਹਨ। ਹੈਵ ਦੇ ਗॉट ਦੋਜ਼ ਮੈਚਿਸ, ਕਿ ਉਹਨਾਂ ਕੋਲ ਉਹ ਵਾਲੀਆਂ ਮਾਚਿਸ ਦੀਆਂ ਤੀਲੀਆਂ ਹਨ। ਦੋਜ਼, ਇਹ ਦੋਜ਼ ਵੀ ਬੱਚੋ ਡਿਟਰਮੀਨਰ ਹੈਗਾ। ਹੈਵ ਦੇ ਗॉट ਦੀਜ਼ ਮੈਚਿਸ, ਮੇਰੇ ਹੱਥ ਵਿੱਚ ਇੱਕ 4-5 ਹੈਗੀਆਂ ਨੇ, ਜਾਂ ਮੇਰੇ ਕੋਲ ਪਈਆਂ ਨੇ, ਮੈਂ ਕਹਾਂ ਇਹਨਾਂ ਕੋਲ ਇਹ ਵਾਲੀਆਂ ਮੈਚਿਸ ਹੈਗੀਆਂ ਨੇ। ਹੈਵ ਦੇ ਗॉट ਦੀਜ਼ ਮੈਚਿਸ, ਉਹਨਾਂ ਕੋਲ ਇਹ ਵਾਲੀਆਂ ਮਾਚਿਸ ਦੀ ਤੀਲੀਆਂ ਹੈਗੀਆਂ ਹਨ। ਸੋ ਇਸ ਤਰ੍ਹਾਂ ਬੱਚਿਓ, ਦੋਜ਼ ਮੈਨੇ ਉਹ ਵਾਲੀਆਂ, ਦੀਜ਼ ਮੈਨੇ ਇਹ ਵਾਲੀਆਂ, ਦੀ ਮੈਨੇ ਉਹ ਖਾਸ, ਅ ਫਿਊ ਕੁਝ ਥੋੜੀਆਂ ਜੀਆਂ, ਸਮ ਮੈਨੇ ਵੀ ਕੁਝ, ਐਨੀ ਮੈਨੇ ਕੋਈ ਵੀ। ਹੈਵ ਦੇ ਗॉट ਮੈਚਿਸ ਜਨਰਲ, ਇਹਦੇ ਬਾਰੇ ਕੋਈ ਜ਼ਿਕਰ ਨਹੀਂ ਹੈਗਾ ਵੀ ਮਾਚਿਸ ਦੀ ਤੀਲੀਆਂ ਹਨ, ਬਸ। ਸੋ ਇਸ ਤਰ੍ਹਾਂ ਬੱਚਿਓ ਦੇਖੋ, ਅਲੱਗ-ਅਲੱਗ ਡਿਟਰਮੀਨਰ ਵਰਤ ਕੇ ਕਿਸ ਤਰ੍ਹਾਂ ਸਾਡੇ ਜਿਹੜੇ ਸੈਂਟੈਂਸ ਬਣਾਏ ਜਾਂਦੇ ਨੇ ਤੇ ਉਹਨਾਂ ਦੇ ਮਤਲਬ ਚੇਂਜ ਹੋ ਜਾਂਦੇ ਨੇ। ਸੋ ਇਹ ਬੱਚਿਓ ਸਾਰੀ ਗੱਲਾਂ ਤੁਹਾਨੂੰ ਪ੍ਰੈਕਟਿਸ ਦੇ ਨਾਲ ਆਉਣਗੀਆਂ। ਵੈਸੇ ਤਾਂ ਇੱਕ ਹੀ ਭਰਨਾ ਸੀਗਾ, ਮੈਂ ਇੱਕ ਇਹ ਬਣਾ ਕੇ ਛੱਡ ਸਕਦਾ ਸੀਗਾ, ਤੁਸੀਂ ਇਹਨਾਂ 'ਚੋਂ ਕੋਈ ਵੀ ਇੱਕ ਭਰ ਦਿਓ ਪੇਪਰਾਂ ਵਿੱਚ, ਸਾਰੇ ਹੀ ਠੀਕ ਹੋਣਗੇ। ਪਰ ਬੱਚਿਓ ਧਿਆਨ ਨਾਲ ਜੋ ਮੈਂ ਸਮਝਾਇਆ ਉਹਨੂੰ ਬੜੇ ਧਿਆਨ ਨਾਲ ਸੁਣਨਾ, ਤੇ ਇਹ ਨਹੀਂ ਕਿ ਜਿਹੜਾ ਮਰਜ਼ੀ ਭਰ ਦਿਓ, ਉਹਦੀ ਕੋਈ ਸੈਂਸ ਬਣਨੀ ਚਾਹੀਦੀ ਹੈ। ਤੇ ਮੇਰੇ ਦਿਮਾਗ 'ਚ ਜਿੰਨੇ ਮੁਮਕਿਨ ਹੋ ਸਕੇ ਫਟਾਫਟ ਆਏ, ਮੈਂ ਉਹ ਬਣਾ ਕੇ ਪਾ ਦਿੱਤੇ। ਉਹ ਦੇਖਿਓ ਹੁਣ ਅੱਗੇ ਵੀ ਇਦਾਂ ਆਏਗਾ, ਹੀ ਯੂਜ਼ਡ ਹਿਜ਼ ਸ਼ੂ ਐਜ਼ ਅ ਹੈਮਰ, ਉਹਨੇ ਆਪਣੇ ਬੂਟ ਨੂੰ, ਮੋਜੇ ਨੂੰ, ਜੁੱਤੀ ਨੂੰ ਹਥੌੜੀ ਵਜੋਂ ਵਰਤਿਆ। ਐਜ਼ ਅ ਹੈਮਰ, ਇੱਕ ਹਥੌੜੀ ਵਜੋਂ, ਮਤਲਬ ਉਹਨੇ ਜਿਹੜਾ ਠੁੱਡਾ ਮਾਰਿਆ ਕਿਸੇ ਚੀਜ਼ ਤੇ, ਜਿੱਦਾਂ ਉਹਦੀ ਜਗ੍ਹਾ ਵਰਤਣੀ ਸੀਗੀ ਹਥੌੜੀ ਵਰਤਣੀ ਸੀ, ਉਹਨੇ ਜੁੱਤੀ ਲਾ ਕੇ, ਜੁੱਤੀ ਦੇ ਪਿੱਛੇ ਉਹ ਸੋਲ ਕਈਆਂ ਦਾ ਬੜਾ ਤਗੜਾ ਹੁੰਦਾ, ਮੈਟਲ ਦਾ ਸੋਲ ਹੁੰਦਾ ਕਈਆਂ ਤੇ ਲੱਗੇ ਹੁੰਦੇ ਨੇ, ਜਿੱਦਾਂ NCC ਦੇ ਬੂਟਾਂ ਦੇ ਸਾਡੇ ਉਹ ਮੈਟਲ ਦੇ ਲੱਗੇ ਹੁੰਦੇ ਸੀ, ਤੇ ਉਹਨੂੰ ਆਪਣੇ ਬੂਟ ਨੂੰ ਹਥੌੜੀ ਵਜੋਂ ਵਰਤਿਆ, ਐਜ਼ ਅ ਹੈਮਰ। ਹਰਸ਼ ਫੈਡ ਦੀ ਡੌਗਸ, ਹਰਸ਼ ਨੇ ਕੁੱਤਿਆਂ ਨੂੰ ਖਾਣਾ ਖਵਾਇਆ। ਕੋਈ ਖਾਸ ਕੁੱਤਿਆਂ ਦੀ ਗੱਲ ਹੋ ਰਹੀ ਦੀ, ਕਿਉਂਕਿ ਇਹ ਤੇ ਆ ਨਹੀਂ ਸਕਦਾ ਬੱਚਿਓ, ਕਿਉਂਕਿ ਐਸ ਹੈਗਾ।
ਏ ਦੀ ਆ ਹੀ ਨਹੀਂ ਸਕਦਾ। ਜੇ ਇੱਥੇ ਡੌਗ ਹੁੰਦਾ ਫਿਰ ਆਣਾ ਸੀ ਹੀ ਫੈਡ ਆ ਡੌਗ, ਉਹਨੇ ਇੱਕ ਕੁੱਤੇ ਨੂੰ ਖਾਣਾ ਖਵਾਇਆ। ਤੇ ਦੀ ਵੀ ਆ ਸਕਦਾ ਸੀ, ਉਹਨੇ ਕੁੱਤੇ ਨੂੰ ਖਾਣਾ ਖਵਾਇਆ, ਦੀ ਕੁੱਤਾ ਵੀ ਖਾਸ ਕੁੱਤਾ। ਹੁਣ ਆਏਗਾ ਬੱਚਿਓ, ਚਾਹੇ ਉਹ ਕੁੱਤੇ ਜਾਣਦੇ ਨੇ ਜਾਂ ਨਹੀਂ ਜਾਣਦੇ, ਜੋ ਹੀ ਫੈਡ ਦੀ ਡੌਗਸ, ਅਰਥਾਤ ਉਹ ਪਾਰਕ ਗਿਆ, ਬੜੇ ਸਾਰੇ ਕੁੱਤੇ ਸੀ, ਉਹਨੇ ਉਹਨਾਂ ਨੂੰ ਖਵਾਤਾ, ਜਾਂ ਮੁਹੱਲੇ ਦੇ 2-3 ਕੁੱਤੇ ਸੀ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ, ਉਹ ਕੁੱਤਿਆਂ ਨੂੰ ਖਵਾਤਾ। ਸੋ ਹਰਸ਼ ਫੈਡ ਦੀ ਡੌਗਸ, ਅਰਥਾਤ ਹਰਸ਼ ਨੇ ਕੁੱਤਿਆਂ ਨੂੰ ਖਾਣਾ ਖਵਾਇਆ। ਸੋ ਇਹ ਤਾਂ ਨਹੀਂ ਆਏਗਾ ਬੱਚਿਓ ਕਿਉਂਕਿ ਇਹ ਬਹੁਵਚਨ ਵਿੱਚ ਹੈਗਾ, ਇਹ ਸਿੰਗੂਲਰ ਨਾਊਨ ਦੇ ਮੋਰੇ ਆਂਦਾ ਹੈ। ਹੁਣ ਦੇਖੋ ਬੱਚਿਓ, ਇੱਥੇ ਫੇ ਅਸੀਂ ਕਿੰਨੇ ਸਾਰੇ ਵਰਤੇ ਨੇ ਡਿਟਰਮੀਨਰ। ਦੇਅਰ ਆਰ ਸਮ ਚਿਲਡਰਨ ਇਨ ਦਾ ਪਾਰਕ, ਅਰਥਾਤ ਪਾਰਕ ਵਿੱਚ ਕੁਝ ਬੱਚੇ ਹਨ, ਠੀਕ ਹੈ। ਦੇਅਰ ਆਰ ਫਿਊ ਚਿਲਡਰਨ ਇਨ ਦਾ ਪਾਰਕ, ਫਿਊ, ਇਹਦਾ ਮਤਲਬ ਹੋ ਗਿਆ ਪਾਰਕ ਵਿੱਚ ਮਸਾਂ ਹੀ ਥੋੜੇ ਚਿਲਡਰਨ ਹਨ, ਮਸਾਂ ਹੀ ਬੱਚੇ ਹਨ। ਦੇਅਰ ਆਰ ਫਿਊ ਚਿਲਡਰਨ, ਫਿਊ ਨੇ ਨਾਮ ਮਾਤਰ, 2-3 ਹੀ ਨੇ, ਥੋੜੇ ਨਾ ਹੋਇਆ ਬਰਾਬਰ ਨੇ। ਦੇਅਰ ਆਰ ਫਿਊ ਚਿਲਡਰਨ ਇਨ ਦਾ ਪਾਰਕ, ਦੇਅਰ ਆਰ ਆ ਫਿਊ ਚਿਲਡਰਨ ਇਨ ਦਾ ਪਾਰਕ, ਪਾਰਕ ਵਿੱਚ ਥੋੜੇ ਜਿਹੇ ਬੱਚੇ ਹਨ। ਸਮ ਦੀ ਜਗ੍ਹਾ ਅ ਫਿਊ। ਸਮ ਬੱਚਿਓ ਜਿਹੜਾ ਹੈ ਕਾਊਂਟੇਬਲ ਨਾਊਨ ਦੇ ਨਾਲ ਵੀ ਯੂਜ਼ ਹੁੰਦਾ ਹੈ ਤੇ ਅਨਕਾਊਂਟੇਬਲ ਨਾਊਨ ਦੇ ਨਾਲ ਵੀ ਯੂਜ਼ ਹੁੰਦਾ ਹੈ, ਇਹ ਯਾਦ ਰੱਖਣਾ ਹੈ, ਠੀਕ ਹੈ। ਸੋ ਸਮ ਦੀ ਜਗ੍ਹਾ ਜਿੱਥੇ ਅਨਕਾਊਂਟੇਬਲ ਹੈ ਉੱਥੇ ਏ ਲਿਟਲ ਵੀ ਯੂਜ਼ ਕਰ ਸਕਦੇ ਹਾਂ, ਤੇ ਏ ਫਿਊ ਵੀ ਯੂਜ਼ ਕਰ, ਏ ਫਿਊ ਜਿੱਥੇ ਕਾਊਂਟੇਬਲ ਹੈ। ਹੁਣ ਬੱਚਿਆਂ ਨੂੰ ਗਿਣਿਆ ਜਾ ਸਕਦਾ, ਇਸ ਕਰਕੇ ਦੇਅਰ ਆਰ ਅ ਫਿਊ ਚਿਲਡਰਨ ਇਨ ਦਾ ਪਾਰਕ, ਸਮ ਦੀ ਜਗ੍ਹਾ ਅ ਫਿਊ, ਦੇਅਰ ਆਰ ਫਿਊ ਚਿਲਡਰਨ ਇਨ ਦਾ ਪਾਰਕ, ਅਰਥਾਤ ਪਾਰਕ ਵਿੱਚ ਥੋੜੇ ਜਿਹੇ ਬੱਚੇ ਹਨ। ਦੇਅਰ ਆਰ ਮੈਨੀ ਚਿਲਡਰਨ ਇਨ ਦਾ ਪਾਰਕ, ਹੁਣ ਮੈਨੀ ਵੀ ਡਿਟਰਮੀਨਰ ਹੈ, ਪਾਰਕ ਵਿੱਚ ਬਹੁਤ ਸਾਰੇ ਬੱਚੇ ਹਨ। ਦੇਅਰ ਆਰ ਨੋ ਚਿਲਡਰਨ ਇਨ ਦਾ ਪਾਰਕ, ਪਾਰਕ ਵਿੱਚ ਕੋਈ ਬੱਚਾ ਨਹੀਂ ਹੈਗਾ, ਦੇਅਰ ਆਰ ਨੋ ਚਿਲਡਰਨ ਇਨ ਦਾ ਪਾਰਕ। ਦੇਅਰ ਆਰ ਨਾਟ ਮੈਨੀ ਚਿਲਡਰਨ ਇਨ ਦਾ ਪਾਰਕ, ਅਰਥਾਤ ਪਾਰਕ ਵਿੱਚ ਬਹੁਤੇ ਬੱਚੇ ਨਹੀਂ ਹੈਗੇ, ਠੀਕ ਹੈ। ਹੁਣ ਇਹ ਦੇਅਰ ਆਰ ਮੈਨੀ ਦੀ ਜਗ੍ਹਾ ਮੈਂ ਹੋਰ ਹੀ ਵਰਤ ਸਕਦਾ ਸੀਗਾ, ਦੇਅਰ ਆਰ ਲੋਟ ਆਫ ਚਿਲਡਰਨ ਇਨ ਦਾ ਪਾਰਕ, ਦੇਅਰ ਆਰ ਲੋਟਸ ਆਫ ਚਿਲਡਰਨ ਇਨ ਦਾ ਪਾਰਕ, ਇਹ ਵੀ ਵਰਤ ਸਕਦਾ, ਇਹ ਮੈਂ ਅੱਗੇ ਐਕਸਰਸਾਈਜ਼ਾਂ ਵਿੱਚ ਵਰਤਾਂਗਾ, ਠੀਕ ਹੈ। ਹੂ ਇਨਵੈਂਟਡ ਦੀ ਟੈਲੀਫੋਨ, ਟੈਲੀਫੋਨ ਦੀ ਗੱਲ ਹੋ ਰਹੀ ਹੈ, ਦੀ ਟੈਲੀਫੋਨ ਤੇ ਇੱਕੋ ਹੀ ਕਿਸਮ ਦਾ ਡਿਵਾਈਸ ਹੈ, ਜੰਤਰ ਹੈ, ਤੇ ਉਹ ਇਨਵੈਂਟ ਕਰਨ ਵਾਲਾ ਮਤਲਬ ਕਿ ਇੱਕ ਬੰਦਾ ਹੈ ਜਿਹਨੇ ਉਹ ਟੈਲੀਫੋਨ ਇਨਵੈਂਟ ਕੀਤਾ, ਜਿਹਨੂੰ ਅਸੀਂ ਕਹਿੰਦੇ ਹਾਂ ਗ੍ਰਾਹਮ ਬੈਲ ਨੇ ਉਹ ਇਨਵੈਂਟ ਕੀਤਾ। ਸੋ ਹੂ ਇਨਵੈਂਟਡ ਦੀ ਟੈਲੀਫੋਨ, ਇਹ ਟੈਲੀਫੋਨ ਜਿਹੜਾ ਅਸੀਂ ਅੱਜ ਵਰਤਦੇ ਹਾਂ ਇਹਦੀ ਕਾਢ ਕਿੰਨੇ ਕੱਢੀ। ਹੀ ਇਜ਼ ਦੀ ਓਲਡੈਸਟ ਇਨ ਹਿਜ਼ ਫੈਮਿਲੀ, ਉਹ ਆਪਣੇ ਪਰਿਵਾਰ ਵਿੱਚ ਓਲਡੈਸਟ ਕੀ ਹੈਗਾ, ਸੁਪਰਲੇਟਿਵ ਹੈਗਾ, ਸੋ ਇੱਥੇ ਦੀ ਆਣਾ ਹੀ ਆਣਾ, ਦੀ ਓਲਡੈਸਟ, ਦੀ ਐਲਡੈਸਟ, ਦੀ ਫਾਸਟੈਸਟ, ਦੀ ਸਲੋਐਸਟ, ਇੱਥੇ ਦੀ ਆਣਾ ਹੀ ਆਣਾ ਚੁੱਪ ਕਰਕੇ। ਹੀ ਇਜ਼ ਦੀ ਓਲਡੈਸਟ ਇਨ ਹਿਜ਼ ਫੈਮਿਲੀ, ਉਹ ਆਪਣੇ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਉਮਰ ਦਾ ਹੈ। ਹੁਣ ਦੇਖੋ ਬੱਚੋ ਇੱਥੇ 7, ਦੇ ਮੈਟ ਸਮ ਨਾਈਸ ਏਸ਼ੀਅਨ ਗਰਲਸ ਔਨ ਹੌਲੀਡੇ, ਉਹਨਾਂ ਨੂੰ ਛੁੱਟੀਆਂ ਤੇ ਗਏ ਨੂੰ ਕੁਝ ਚੰਗੀ ਮਲੀ ਪਿਆਰੀਆਂ ਨਾਈਸ ਏਸ਼ੀਅਨ ਗਰਲਸ ਮਿਲੀਆਂ। ਦੇ ਮੈਟ ਅ ਫਿਊ ਨਾਈਸ ਏਸ਼ੀਅਨ ਗਰਲਸ, ਸਮ ਦੀ ਜਗ੍ਹਾ ਅ ਫਿਊ ਵਰਤ ਸਕਦੇ ਹਾਂ। ਦੇ ਮੈਟ ਮੈਨੀ, ਮੰਨ ਲਓ ਕੋਈ ਪਰਿਵਾਰ ਗਿਆ ਕਿਤੇ ਘੁੰਮਣ ਫਿਰਨ, ਬੈਂਕਾਕ ਗਿਆ, ਉੱਧਰ ਗਿਆ ਜਾਂ ਕਿਤੇ ਪਿਕਨਿਕ ਤੇ ਗਿਆ, ਤੇ ਉੱਥੇ ਉਹ ਏਸ਼ੀਆ ਦੀਆਂ ਕੁੜੀਆਂ ਸਕੂਲ ਦੀਆਂ ਕਿਤੇ ਆਈਆਂ ਸੀਗੀਆਂ, ਤੇ ਉਹ ਪਰਿਵਾਰ ਕਹਿ ਰਿਹਾ, ਪਰਿਵਾਰ ਬਾਰੇ ਕਹਿ ਰਹੇ ਵੀ ਦੇ ਮੈਟ ਸਮ ਨਾਈਸ ਏਸ਼ੀਅਨ ਗਰਲਸ ਔਨ ਹੌਲੀਡੇ, ਉਹਨਾਂ ਨੂੰ ਛੁੱਟੀਆਂ ਤੇ ਕੁਝ ਪਿਆਰੀਆਂ ਏਸ਼ੀਅਨ ਲੜਕੀਆਂ ਮਿਲੀਆਂ। ਦੇ ਮੈਟ ਅ ਫਿਊ, ਸਮ ਦੀ ਜਗ੍ਹਾ ਅ ਫਿਊ ਥੋੜੀਆਂ, ਮੈਟ ਮੈਨੀ ਬਹੁਤ ਸਾਰੀਆਂ ਮਿਲੀਆਂ, ਅੱਛਾ ਸਮ 2 ਵਾਰ ਆ ਗਿਆ ਬੱਚੋ ਇੱਥੇ। ਹੁਣ ਦੇਖੋ ਅ ਲੋਟ ਆਫ ਮੈਨੀ, ਦੇ ਮੈਟ ਅ ਲੋਟ ਆਫ ਏਸ਼ੀਅਨ ਗਰਲਸ ਔਨ ਹੌਲੀਡੇ, ਹੁਣ ਬਹੁਤ ਸਾਰੀਆਂ ਮਿਲੀਆਂ। ਦੇ ਮੈਟ ਸੈਵਰਲ, ਕਈ, ਬਹੁਤ ਸਾਰੀਆਂ, ਨਾਈਸ, ਫਿਰ ਅਸੀਂ 2 ਵੀ ਵਰਤ ਸਕਦੇ ਹਾਂ, ਦੇ ਮੈਟ 2 ਨਾਈਸ ਏਸ਼ੀਅਨ ਗਰਲਸ, 2 ਮਿਲੀਆਂ, ਹੁਣ 2 ਦੀ 3 4 5 6 7 8 ਜੋ ਮਰਜ਼ੀ ਭਰ ਲਓ। ਇਹ ਇਹਨਾਂ ਨੂੰ ਕਹਿੰਦੇ ਨੇ ਨਿਊਮਰਲ ਡਿਟਰਮੀਨਰਸ। ਜਿਹਦਾ ਚਿਲਡਰਨ ਦਾ ਸੀਗਾ, ਪਹਿਲੇ ਅਸੀਂ ਚਿਲਡਰਨ ਦਾ ਕੀਤਾ ਤੇ ਅਸੀਂ ਗਿਣਤੀ ਵੀ ਦੱਸ ਸਕਦੇ ਸੀ, ਦੇਅਰ ਆਰ 5 ਚਿਲਡਰਨ ਇਨ ਦਾ ਪਾਰਕ, ਦੇਅਰ ਆਰ 6 ਚਿਲਡਰਨ ਇਨ ਦਾ ਪਾਰਕ, ਦੇਅਰ ਆਰ 2 ਚਿਲਡਰਨ ਇਨ ਦਾ ਪਾਰਕ, ਅਸੀਂ ਗਿਣਤੀ ਵੀ ਲਿਖ ਸਕਦੇ ਸੀਗੇ। ਸੋ ਤੁਸੀਂ ਇਹ 2 3 4 ਵੀ ਲਿਖ ਸਕਦੇ ਹੋ, ਤੇ ਉਹ ਬਿਲਕੁਲ ਠੀਕ ਮੰਨਿਆ ਜਾਏਗਾ, ਗਲਤ ਨਹੀਂ ਮੰਨਿਆ ਜਾਏਗਾ, ਠੀਕ ਹੈ। ਆਈ ਥਿੰਕ ਦੇਅਰ ਇਜ਼ ਸਮ ਆਈਸਕ੍ਰੀਮ ਇਨ ਦਾ ਫ੍ਰਿਜ, ਹੁਣ ਦੇਖੋ ਆਈਸਕ੍ਰੀਮ ਨੂੰ ਗਿਣਿਆ ਨਹੀਂ ਜਾ ਸਕਦਾ, ਆਈਸਕ੍ਰੀਮ ਤੋਲੀ ਜਾਂਦੀ ਹੈ। ਹੁਣ ਮੈਂ ਦੇਖਾਂ ਇੱਥੇ ਏ ਲਿਟਲ, ਦੇਖੋ ਇਹ ਮੈਂ ਤਾਂ ਦੱਸਣਾ ਚਾਹੁੰਦਾ ਸੀ, ਜਿੱਥੇ ਗਿਣਿਆ ਜਾ ਸਕੇ ਉੱਥੇ ਅ ਫਿਊ, ਪਰ ਜਿਹੜਾ ਸਮ ਹੈਗਾ ਉਹ ਗਿਣੇ ਜਾਣ ਵਾਲਿਆਂ ਵਾਸਤੇ ਵੀ ਵਰਤਿਆ ਜਾਂਦਾ ਹੈ ਤੇ ਨਾ ਗਿਣੇ ਜਾਣ ਵਾਲੇ ਨਾਉਨ ਵਾਸਤੇ ਵੀ ਵਰਤਿਆ ਜਾਂਦਾ ਹੈ। ਸੋ ਪਹਿਲੇ ਸੀ ਸਮ ਚਿਲਡਰਨ, ਸਮ ਗਰਲਸ, ਹਨਾ, ਤੇ ਇੱਥੇ ਹੈਗਾ ਸਮ ਆਈਸਕ੍ਰੀਮ ਜਿਹਨੂੰ ਨਹੀਂ ਗਿਣਿਆ ਜਾਂਦਾ। ਦੇਰ ਇਜ਼ ਸਮ ਮਿਲਕ ਇਨ ਦਾ ਕਿਚਨ, ਦੇਰ ਇਜ਼ ਸਮ ਸ਼ੂਗਰ ਇਨ ਦੀ ਬਾਕਸ, ਇਦਾਂ ਕਰਕੇ ਵੀ ਲਿਖ ਸਕਦੇ ਹਾਂ। ਸੋ ਆਈ ਥਿੰਕ ਦੇਰ ਇਜ਼ ਸਮ ਆਈਸਕ੍ਰੀਮ ਇਨ ਦਾ ਫ੍ਰਿਜ, ਮੈਨੂੰ ਲੱਗਦਾ ਹੈ ਫ੍ਰਿਜ ਵਿੱਚ ਥੋੜੀ ਜਿਹੀ ਆਈਸਕ੍ਰੀਮ ਪਈ ਹੈ।
आई थिंक देर इज नो फ्रिज इन द आइसक्रीम। कोई बंदा कहता मैं फ्रिज देखदा आइसक्रीम लैके आना, कहता आई थिंक देर इज नो फ्रिज, नो आइसक्रीम इन द फ्रिज। मैंने लगता है फ्रिज में कोई आइसक्रीम नहीं हैगी। आई थिंक देर इज अ लिटिल आइसक्रीम इन द फ्रिज। मैंने लगता है फ्रिज में थोड़ी जी आइसक्रीम हैगी है, सम थोड़ी जी, अ लिटिल थोड़ी जी। आई थिंक देर इज लिटिल आइसक्रीम इन द फ्रिज। मैंने लगता है फ्रिज में आइसक्रीम मामूली जी हैगी, मामूली जी एक अद्धा चम्मच ही हैगी है, एक अद्धे बंदे खाण जोगी भी नहीं हैगी, बहुत थोड़ी हैगी है। लिटिल मैंने ना मात्र। आई थिंक देर इज हार्डली एनी आइसक्रीम इन द फ्रिज। मैनू नहीं लगता फ्रिज में कोई आइसक्रीम हैगी है, ਇਹਦਾ ਇਹ मतलब आई थिंक देर इज हार्डली एनी फ्रिज, हार्डली एनी आइसक्रीम इन द फ्रिज। मैनू लगता किते ही मसी, मैनू नहीं लगता किते फ्रिज में आइसक्रीम हैगी है, ਇਹਦਾ मतलब है। सो लैट अस गो एंड बेद इन दी रिवर। ਹੁਣ ਕਿਤੇ ਹੈਗੇ ਆ, ਪਿੰਡ 'ਚ ਰਹਿੰਦੇ ਆ, ਮੁਹੱਲੇ 'ਚ ਰਹਿੰਦੇ ਆ, ਸਾਡੇ ਕੋਲ ਨਦੀ ਵਗਦੀ ਹੈ ਤੇ ਉਹ ਖਾਸ ਨਦੀ ਦੀ ਗੱਲ ਹੋ ਰਹੀ ਹੈ। ਸੋ ਲੈਟਸ ਗੋ ਐਂਡ ਬੇਦ ਇਨ ਦੀ, ਇਹਨੂੰ ਬੇਦ ਬੋਲਣਾ ਹੈ। ਜੇ ਈ ਹਟ ਜਾਏ, ਬੇਦ ਹੁੰਦਾ ਬੱਚੋ ਵਰਬ, ਅਸੀਂ ਨਹਾਈਏ, ਨਹਾਉਣਾ। ਤੇ ਜੇ ਬਾਥ ਇਹ ਈ ਹਟਾ ਦਿਓ ਫਿਰ ਬਣ ਜਾਏਗਾ ਬਾਥ, ਫਿਰ ਬੋਲਣਾ ਬਾਥ। ਫਿਰ ਹੁੰਦਾ ਇਸ਼ਨਾਨ, ਉਹ ਹੋ ਗਿਆ ਨਾਉਨ। ਤੇ ਜੇ ਈ ਲੱਗ ਗਿਆ ਬਣ ਗਿਆ ਬੇਦ, ਇਸ਼ਨਾਨ ਕਰਨਾ। ਸੋ ਲੈਟ ਅਸ ਗੋ ਐਂਡ ਬੇਦ ਇਨ ਦੀ ਰਿਵਰ। ਚੱਲ ਯਾਰ ਆ ਨਦੀ ਵਿੱਚ ਨਹਾ ਕੇ ਆਈਏ। ਲੈਟਸ ਗੋ, ਚੱਲ ਯਾਰ ਚੱਲ, ਚੱਲ ਯਾਰ ਚਲੀਏ। ਐਂਡ ਅਤੇ ਬੇਦ ਇਨ ਦੀ ਰਿਵਰ, ਨਦੀ ਵਿੱਚ ਨਹਾਈਏ। ਸੋ ਬੇਦ ਮੈਨੇ ਨਹਾਣਾ, ਦੀ ਰਿਵਰ ਖਾਸ ਰਿਵਰ ਦੀ ਗੱਲ ਹੈ ਜਿਹੜੀ ਘਰ ਦੇ ਕੋਲ ਹੈ, ਲਾਗੇ ਹੈਗੀ ਹੈ, ਜਿਹੜੀ ਵਗਦੀ ਹੈ, ਉਹਦੀ ਗੱਲ ਹੋ ਰਹੀ ਹੈ। ਹੈਵ ਯੂ ਸੀਨ ਦੀ ਰੈੱਡ ਫੋਰਟ? ਕੀ ਤੁਸੀਂ ਲਾਲ ਕਿਲ੍ਹਾ ਦੇਖਿਆ? ਰੈੱਡ ਫੋਰਟ ਇੱਕ ਇਤਿਹਾਸਕ ਬਿਲਡਿੰਗ ਹੈ। ਜਿਹੜੀਆਂ ਇਤਿਹਾਸਕ ਬਿਲਡਿੰਗਾਂ ਨੇ ਉਹਨਾਂ ਮੋਰੇ ਦੀ ਲੱਗਦਾ ਹੈ। ਦੀ ਪਾਰਲੀਮੈਂਟ ਹਾਊਸ, ਦੀ ਪੈਂਟਾਗਨ ਜਿਹੜਾ ਅਮਰੀਕਾ ਦਾ ਹੈਗਾ, ਦੀ ਰੈੱਡ ਫੋਰਟ, ਦੀ ਦਰਬਾਰ ਸਾਹਿਬ ਜਿਹਦਾ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਹੈ, ਜਿਹਨੂੰ ਲੋਕੀ ਗਲਤੀ ਦੇ ਨਾਲ ਭੁਲੇਖੇ ਵਿੱਚ ਗੋਲਡਨ ਟੈਂਪਲ ਕਹਿੰਦੇ ਨੇ। ਉਹਨੂੰ ਗੋਲਡਨ ਟੈਂਪਲ ਨਹੀਂ ਕਹਿਣਾ ਚਾਹੀਦਾ। ਗੋਲਡਨ ਟੈਂਪਲ ਨਾਂ ਜਿਹੜਾ ਹੈ ਉਹ ਗੁਲਾਮੀ ਦਾ ਪ੍ਰਤੀਕ ਹੈਗਾ ਅਤੇ ਉਹ ਗੋਰਿਆਂ ਨੇ, ਬ੍ਰਿਟਿਸ਼ ਲੋਕਾਂ ਨੇ ਸੋਨਾ ਚੜ੍ਹਿਆ ਦੇਖ ਕੇ ਦੇ ਦਿੱਤਾ। ਗੋਲਡਨ ਟੈਂਪਲ ਦਾ ਨਾ ਤਾਂ ਪੰਜਾਬੀ ਨਾਲ ਕੋਈ ਮੇਲ ਖਾਂਦਾ ਹੈ, ਨਾ ਸਿੱਖੀ ਦੇ ਸੱਭਿਆਚਾਰ ਨਾਲ ਮੇਲ ਖਾਂਦਾ ਹੈ, ਨਾ ਪੰਜਾਬ ਦੇ ਸੱਭਿਆਚਾਰ ਨਾਲ ਮੇਲ ਖਾਂਦਾ ਹੈ, ਅਤੇ ਨਾ ਹੀ ਗੁਰੂਆਂ ਦੀ, ਗੁਰੂ ਸਾਹਿਬ ਦੀ ਜੋ ਫਿਲਾਸਫੀ ਹੈ, ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ, ਹੈ ਨਾ। ਅਤੇ ਉਹ ਤਾਂ ਸੋਨੇ ਨੂੰ ਕੂੜ ਆਖਦੇ ਨੇ। ਸੋ ਗੋਲਡਨ ਟੈਂਪਲ ਨਾਂ ਬਿਲਕੁਲ ਗਲਤ ਹੈਗਾ ਅਤੇ ਅਸੀਂ ਕਹਿਣਾ ਦੀ ਦਰਬਾਰ ਸਾਹਿਬ, ਦੀ ਤਾਜ ਮਹਿਲ, ਦੀ ਰੈੱਡ ਫੋਰਟ, ਦੀ ਕਲੌਕ ਟਾਵਰ। ਠੀਕ ਹੈ। ਸੋ ਇਸ ਤਰ੍ਹਾਂ ਜਿਹੜੀਆਂ ਬਿਲਡਿੰਗਾਂ ਨੇ ਪੁਰਾਣੀਆਂ ਇਤਿਹਾਸਕ, ਉਹਨਾਂ ਮੋਰੇ ਵੀ ਦੀ ਲੱਗਦਾ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਐਕਸਰਸਾਈਜ਼ਿਸ 9, 10, 11 ਐਂਡ 12। ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਅਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।